ਸਹਿਜ ਅਵਸਥਾ ਵਿੱਚ ਲੈ ਕੇ ਚੱਲਣ ਦਾ ਯਤਨ ਕਰੀਏ। ਸਾਰੇ ਪਿਆਰ ਨਾਲ ਨੇਤਰ ਬੰਦ ਕਰਦੇ ਹੋਏ, ਆਵਾਜ਼ ਵਿੱਚ ਧਿਆਨ ਰੱਖਦੇ ਹੋਏ ਰਸਨਾ ਦੇ ਨਾਲ ਉਚਾਰਨ ਕਰੋ। ਕਿਰਪਾ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਗੁਰੂ ਵਾਹਿਗੁਰੂ 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 ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿਰਾਂ ਦੀ ਪਾਵਨ ਪਵਿੱਤਰ ਸ਼ਰਨ ਵਿੱਚ ਸੁਭਾਇਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ, ਗੁਰਫਤਿਹ ਪ੍ਰਵਾਨ ਕਰੋ। ਰਲ ਮਿਲ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਇਹ ਸੰਧਿਆ ਦੇ ਸਮੇਂ ਇਕੱਤਰ ਹੋ ਰਹੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਫਰਮਾਉਂਦੇ ਨੇ ਕਿ ਜੋ ਸੰਧਿਆ ਦਾ ਸਮਾਂ ਹੈ, ਸੰਸਾਰ ਦੇ ਵਿੱਚ ਵਿਚਰਨ ਵਾਲੇ ਜਿਹੜੇ ਮਨੁੱਖ ਨੇ ਉਹ ਸਾਰੇ ਹੀ ਇਹ ਸਮਾਂ ਬਤੀਤ ਕਰਦੇ ਨੇ। ਇੱਕ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੀ ਮੱਤ ਲੈ ਕੇ ਇਹ ਸਮਾਂ ਬਤੀਤ ਕਰਦੇ ਨੇ, ਉਹ ਨਿਰੰਕਾਰ ਪਰਮਾਤਮਾ ਨੂੰ ਚੇਤੇ ਕਰਦੇ ਨੇ। ਤੇ ਜਦੋਂ ਪਰਮਾਤਮਾ ਨੂੰ ਚੇਤੇ ਕਰਦੇ ਨੇ, ਆਰਾਧਨਾ ਕਰਦੇ ਨੇ, ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਕੀ ਅਵਸਥਾ ਬਣਦੀ ਹੈ। ਇਹ ਸੰਧਿਆ ਪ੍ਰਵਾਨ ਹੈ, ਜਿਤ ਹਾਰ ਪ੍ਰਭ ਮੇਰਾ ਚਿਤ ਆਵੈ। ਜਦੋਂ ਪਰਮੇਸ਼ਰ ਨੂੰ ਅਸੀਂ ਚੇਤੇ ਕਰਦੇ, ਯਾਦ ਕਰਦੇ ਹਾਂ, ਤਾਂ ਉਹ ਸੰਧਿਆ ਦਰਗਾਹ ਦੇ ਵਿੱਚ ਪ੍ਰਵਾਨ ਹੁੰਦੀ ਹੈ। ਤੇ ਵਾਰ-ਵਾਰ ਜਦੋਂ ਪਰਮਾਤਮਾ ਦੀ ਆਰਾਧਨਾ ਕਰਦੇ ਹਾਂ, ਉਹਨੂੰ ਯਾਦ ਕਰਦੇ ਹਾਂ, ਉਹਦੇ ਨਾਲ ਸਾਡਾ ਪਿਆਰ ਪੈਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਪਰਮਾਤਮਾ ਦੇ ਨਾਲ ਪਿਆਰ ਪੈਂਦਾ ਹੈ ਤੇ ਮਾਇਆ ਨਾਲੋਂ ਟੁੱਟਣਾ ਸ਼ੁਰੂ ਹੋ ਜਾਂਦਾ ਹੈ।
ਤੇ ਜਿਵੇਂ ਜਿਵੇਂ ਮਾਇਆ ਦੇ ਨਾਲੋਂ ਪਿਆਰ ਟੁੱਟਦਾ ਤੇ ਮਾਇਆ ਨੇ ਸਾਡੇ ਮਨ ਤੇ ਪਰਮਾਤਮਾ ਦੇ ਦਰਮਿਆਨ ਜਿਹੜੀ ਕੂੜ ਦੀ ਪਾਲ ਖੜੀ ਕੀਤੀ ਹੁੰਦੀ ਹੈ ਉਹ ਹਟ ਜਾਂਦੀ ਹੈ, ਟੁੱਟ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਤੇ ਜਿਹੜਾ ਮਨ ਹੈ ਉਹ ਫਿਰ ਭਗਤੀ ਤੇ ਲੱਗ ਜਾਂਦਾ ਹੈ। ਉਸ ਬਾਰੇ ਮਹਾਰਾਜ ਗੁਰਬਾਣੀ ਵਿੱਚ ਫਰਮਾਉਂਦੇ ਨੇ, ਇਹ ਸੰਧਿਆ ਪ੍ਰਵਾਨ ਹੈ, ਜਿਤ ਹਰ ਪ੍ਰਭ ਮੇਰਾ ਚਿਤ ਆਵੈ, ਜਿਤ ਹਰਸ਼ੋ ਪ੍ਰੀਤ ਉਪਜੈ, ਮਾਇਆ ਮੋਹ ਜਲਾਵੈ। ਗੁਰ ਪ੍ਰਸਾਦੀ ਦੁਬਦਾ ਮਰੇ, ਮਨ ਅਸਥਿਰ ਸੰਧਿਆ ਕਰੇ ਵਿਚਾਰ। ਨਾਨਕ ਸੰਧਿਆ ਕਰੇ ਮਨਮੁਖੀ, ਜੀਉ ਨ ਟਿਕੇ, ਮਰ ਜਨਮੇ ਹੋਏ ਖੁਆਰ। ਦੂਸਰੇ ਪਾਸੇ ਜਿਹੜਾ ਮਨਮੁਖ ਹੈ ਉਹ ਮਾਇਆ ਦੇ ਘਰ ਵਿੱਚ ਬੈਠਾ ਹੋਇਆ ਵਿਚਾਰਾਂ ਤੇ ਫੁਰਨਿਆਂ ਦੇ ਵਿੱਚ, ਉਹਦਾ ਤੇ ਮਨ ਨੂੰ ਟਿਕਾਉ ਨਹੀਂ ਆਉਂਦਾ, ਜਿਸ ਕਰਕੇ ਉਹ ਆਪਣੇ ਜੀਵਨ ਦੀ ਬਾਜੀ ਹਾਰ ਜਾਂਦਾ ਹੈ। ਹੁਣ ਸੰਸਾਰ ਦੇ ਵਿੱਚ ਆਪਾਂ ਵਿਚਰਦੇ ਹਾਂ, ਜਿੱਥੋਂ ਤੱਕ ਆਪਣੀ ਸਿਆਣਪ ਹੈ, ਆਪਣੀ ਲਿਆਕਤ ਹੈ, ਅਸੀਂ ਦੂਸਰੇ ਨੂੰ ਉਪਦੇਸ਼ ਕਰਦੇ ਹਾਂ। ਜਿਸ ਤਰ੍ਹਾਂ ਦੁਨਿਆਵੀ ਤੌਰ ਤੇ ਜਿਹੜੇ ਟੀਚਰ ਨੇ, ਅਧਿਆਪਕ ਨੇ, ਉਹ ਆਪਣੇ ਸਟੂਡੈਂਟ ਨੂੰ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਹੈ ਉਹਦੀ ਜਾਣਕਾਰੀ ਦਿੰਦੇ ਨੇ। ਇਸੇ ਤਰ੍ਹਾਂ ਮਾਤਾ ਪਿਤਾ ਨੇ, ਉਹ ਵੀ ਬੱਚਿਆਂ ਨੂੰ ਸੰਸਾਰ ਦੇ ਵਿੱਚ ਕਰਮ ਦੀ ਜਾਣਕਾਰੀ ਦਿੰਦੇ ਨੇ। ਤੇ ਹਰ ਕੋਈ ਇਹੋ ਹੀ ਸਿਖਾਉਂਦਾ ਹੈ ਕਿ ਦੂਸਰਿਆਂ ਦੇ ਨਾਲ ਪਿਆਰ ਕਰਨਾ ਹੈ। ਪਰ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਤੇ ਗੁਰੂ ਫਿਰ ਸਾਨੂੰ ਦੇਖਦਾ ਹੈ ਕਿ ਸਾਡੇ ਮਨ ਦੀ ਜਿਹੜੀ ਅਵਸਥਾ, ਵੀ ਦੁਨਿਆਵੀ ਪੜ੍ਹਾਈ ਵੀ ਇਹਨਾਂ ਸਿੱਖ ਲਈ ਹੈ, ਦੁਨਿਆਵੀ ਸੰਸਾਰ ਦੇ ਵਿੱਚ ਵਿਚਰਨਾ ਵੀ ਸਿੱਖ ਲਿਆ ਹੈ, ਪਰ ਇਹ ਆਪਣੇ ਮੂਲ ਦੇ ਨਾਲ ਤਾਂ ਜੁੜੇ ਹੀ ਨਹੀਂ। ਇਹਨਾਂ ਨੇ ਹਾਲੇ ਸੱਚ ਦੀ ਪਹਿਚਾਣ ਨਹੀਂ ਕੀਤੀ। ਤੇ ਗੁਰੂ ਸਮਝਾਉਂਦਾ ਹੈ ਕਿ ਤੁਸੀਂ ਨਿਰੰਕਾਰ ਪਰਮਾਤਮਾ ਦੇ ਨਾਲ ਵੀ ਜੁੜੋ। ਜੇ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਮਨ ਪਾਰ ਬ੍ਰਹਮ ਦੇ ਨਾਲ ਨਹੀਂ ਜੁੜਦਾ ਤੇ ਮਨੁੱਖ ਦਾ ਜੀਵਨ ਸੰਪੂਰਨ ਨਹੀਂ ਹੁੰਦਾ। ਸੰਪੂਰਨ ਮਨੁੱਖ ਉਹ ਹੀ ਗਿਣਿਆ ਜਾਂਦਾ ਹੈ ਕਿ ਜੋ ਸੰਸਾਰ ਦੇ ਕਾਰ ਵਿਹਾਰ ਕਰਦਾ ਹੋਇਆ ਆਪਣੇ ਮੂਲ ਦੀ, ਸੱਚ ਦੀ, ਨਿਰੰਕਾਰ ਦੀ ਪਹਿਚਾਣ ਕਰ ਲਵੇ। ਇਹ ਹੁਣ ਤੁਸੀਂ ਸਾਰਿਆਂ ਨੇ ਆਪਣੇ ਅੰਦਰ ਝਾਤੀ ਮਾਰ ਕੇ ਨਾਲ ਨਾਲ ਦੇਖਣਾ ਹੈ। ਸੰਸਾਰ ਦੇ ਵਿੱਚ ਵਿਚਰਦੇ ਹੋਏ ਅੱਜ ਤੱਕ ਅਸੀਂ ਕੀ ਪ੍ਰਾਪਤ ਕੀਤਾ ਹੈ। ਇਹ ਸਰੀਰਾ ਮੇਰਿਆ, ਇਸ ਜਗ ਮੈਂ ਆਏ ਕੈ, ਕਿਆ ਤੁਧ ਕਰਮ ਕਮਾਇਆ। ਸੰਸਾਰ ਦੇ ਵਿੱਚ ਆ ਕੇ ਅਸੀਂ ਕੀ ਪ੍ਰਾਪਤ ਕੀਤਾ, ਕੀ ਕਰਮ ਕਮਾਇਆ ਹੈ। ਤੇ ਸਭ ਤੋਂ ਉੱਚਾ ਕਰਮ ਹੈ ਜਿਨਨੇ ਸਾਨੂੰ ਭੇਜਿਆ ਹੈ। ਜੇ ਉਹਦੇ ਨਾਲ ਪ੍ਰੀਤ, ਉਹਦੇ ਨਾਲ ਪਿਆਰ, ਉਹਦੇ ਨਾਲ ਲਿਵ ਨਹੀਂ ਜੁੜੀ ਤਾਂ ਸਾਰੇ ਕਰਮ ਜਿਹੜੇ ਨੇ ਉਹ ਥੱਲੇ ਰਹਿ ਜਾਂਦੇ ਨੇ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਹੁਣ ਉਸ ਹਰੀ ਦੇ ਨਾਲ, ਪਾਰ ਬ੍ਰਹਮ ਦੇ ਨਾਲ ਕਿਵੇਂ ਜੁੜਨਾ ਹੈ ਉਹ ਗੁਰੂ ਸਾਨੂੰ ਸਮਝਾਉਂਦਾ ਹੈ। ਇਸ ਕਰਕੇ ਗੁਰੂ ਨੂੰ ਅਸਲੀ ਟੀਚਰ ਕਿਹਾ ਜਾਂਦਾ ਹੈ, ਅਸਲੀ ਪਾਧਾ ਕਿਹਾ ਜਾਂਦਾ ਹੈ, ਜੋ ਸਾਨੂੰ ਪਾਰ ਬ੍ਰਹਮ ਪਰਮਾਤਮਾ ਨਾਲ ਜੋੜਦਾ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਪਾਧਾ ਪੜਿਆ ਆਖੀਐ, ਵਿਦਿਆ ਵਿਚਰੇ ਸਹਿਜ ਸੁਭਾਏ। ਅਸਲੀ ਪਾਧਾ ਉਹ ਹੈ ਜਿਹੜਾ ਦੂਸਰੇ ਨੂੰ ਸਹਿਜ ਦੀ ਵਿਦਿਆ ਪ੍ਰਦਾਨ ਕਰਦਾ ਹੈ। ਕਿਹੜੀ ਵਿਦਿਆ ਕਿਹੜਾ ਗਿਆਨ ਦਿੰਦਾ ਹੈ? ਵਿਦਿਆ ਸੋਦੇ ਤਤਲ ਹੈ, ਰਾਮ ਨਾਮ ਲਿਵ ਲਾਏ। ਉਹ ਵਿਦਿਆ ਹੈ ਬ੍ਰਹਮ ਵਿਦਿਆ। ਅਸੀਂ ਬ੍ਰਹਮ ਦੇ ਵਿੱਚੋਂ ਕਿਸ ਤਰ੍ਹਾਂ ਪ੍ਰਗਟ ਹੋਏ ਹਾਂ।
ਤੇ ਉਸ ਬ੍ਰਹਮ ਦੇ ਵਿੱਚ ਅਸੀਂ ਕਿਸ ਤਰ੍ਹਾਂ ਸਮਾ ਸਕਦੇ ਹਾਂ, ਇਹ ਵਿਦਿਆ ਨੂੰ ਬ੍ਰਹਮ ਵਿਦਿਆ ਕਹਿੰਦੇ ਨੇ, ਇਹਨੂੰ ਬ੍ਰਹਮ ਗਿਆਨ ਕਹਿੰਦੇ ਨੇ। ਤੇ ਉਹ ਸਾਰਾ ਬ੍ਰਹਮ ਗਿਆਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਅੰਦਰ ਦਰਜ ਹੈ। ਕਿਸ ਤਰ੍ਹਾਂ ਮਿਲਾਪ ਹੋ ਸਕਦਾ ਹੈ, ਇਸ ਵਾਸਤੇ ਮਾਰੇ ਗੁਰਬਾਣੀ ਅੰਦਰ ਸਮਝਾਉਣਾ ਕਰਦੇ ਕਿ ਜਦੋਂ ਅਸੀਂ ਬਾਣੀ ਨੂੰ ਪੜ੍ਹਨਾ ਹੈ, ਖੋਜਣਾ ਹੈ, ਵਿਦਿਆ ਸੋਧੈ ਤਤ ਲਹੈ, ਉਹਦੇ ਵਿੱਚੋਂ ਤਤ ਦੀ ਖੋਜ ਕਰਨੀ ਹੈ। ਹੁਣ ਸੰਸਾਰ ਦੇ ਵਿੱਚ ਅਸੀਂ ਵਿਦਿਆ ਤਾਂ ਪੜ੍ਹਦੇ ਹਾਂ, ਜਿਹੜਾ ਗਿਆਨ ਅਸੀਂ ਇੱਧਰੋਂ ਸਿੱਖਿਆ ਹੈ ਉਹਨੂੰ ਤਿੰਨਾਂ ਗੁਣਾਂ ਦਾ ਗਿਆਨ ਕਹਿੰਦੇ ਨੇ। ਤਿੰਨਾਂ ਗੁਣਾਂ ਦੇ ਗਿਆਨ ਦੇ ਵਿੱਚ ਤਤ ਦੀ ਪ੍ਰਾਪਤੀ ਨਹੀਂ ਹੁੰਦੀ। ਮਾਰੇ ਗੁਰਬਾਣੀ ਅੰਦਰ ਫਰਮਾਉਂਦੇ ਨੇ, ਤ੍ਰੈ ਗੁਣ ਪੜ੍ਹੈ ਹਰ ਤਤ ਨ ਜਾਣੇ। ਤਿੰਨਾਂ ਗੁਣਾਂ ਦਾ ਪੜ੍ਹਿਆ ਹੋਇਆ ਮਨੁੱਖ ਭਾਵੇਂ ਕਿੱਡਾ ਵੀ ਵਿਦਵਾਨ ਹੈ, ਕਿੰਨਾ ਵੀ ਸਿਆਣਾ ਹੈ, ਜੇ ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਬ੍ਰਹਮ ਵਿਦਿਆ ਪ੍ਰਾਪਤ ਨਹੀਂ ਕਰਦਾ, ਉਹ ਆਪਣੇ ਜੀਵਨ ਦੀ ਬਾਜ਼ ਨੂੰ ਹਾਰ ਜਾਂਦਾ ਹੈ। ਅਸੀਂ ਹਾਲੇ ਸੰਪੂਰਨ ਨਹੀਂ ਹੋਏ, ਅਸੀਂ ਸਿਰਫ ਅਜੇ ਇੱਥੇ ਆ ਕੇ ਕਰਮ ਦੇ ਦੇਸ਼ ਵਿੱਚ ਕਰਮ ਦੇ ਨਾਲ ਬੱਝੇ ਹੋਏ ਹਾਂ, ਔਰ ਕਰਮ ਕਰਦਿਆਂ ਕਰਦਿਆਂ ਸਾਨੂੰ ਰੋਟੀ, ਕੱਪੜਾ ਤੇ ਮਕਾਨ, ਤਿੰਨ ਚੀਜ਼ਾਂ ਦੀ ਪ੍ਰਾਪਤੀ ਹੋ ਰਹੀ ਹੈ। ਮਨ ਜਿਹੜਾ ਹੈ ਆਪਣੇ ਕਾਰਜ ਵਾਸਤੇ ਅਜੇ ਅਧੂਰਾ ਹੈ, ਸਫਲ ਨਹੀਂ ਹੈ। ਸਾਡੀ ਯਾਤਰਾ ਉਸ ਦਿਨ ਸਫਲ ਹੋਣੀ ਹੈ ਜਿਸ ਦਿਨ ਅਸੀਂ ਪਾਰ ਬ੍ਰਹਮ ਦੇ ਨਾਲ ਜੁੜ ਗਏ, ਜਿਸ ਦਿਨ ਸਾਡਾ ਆਵਾਗਮਨ ਦਾ ਚੱਕਰ ਖਤਮ ਹੋ ਗਿਆ। ਉਸ ਦਿਨ ਅਸੀਂ ਆਪਣੇ ਆਪ ਨੂੰ ਸਫਲ ਗਿਣ ਸਕਦੇ ਹਾਂ ਤੇ ਗੁਰੂ ਕਹੇਗਾ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਲੇਕਿਨ ਹੁਣ ਤੁਸੀਂ ਸਮਝੋਗੇ ਵੀ ਅਸੀਂ ਤਾਂ ਪਾਰ ਬ੍ਰਹਮ ਨੂੰ ਮਿਲਣ ਵਾਸਤੇ ਕੋਸ਼ਿਸ਼ ਕਰ ਰਹੇ ਹਾਂ। ਬਹੁਤ ਸਾਰੇ ਧਾਰਮਿਕ ਯਤਨ ਜਿਹੜੇ ਨੇ, ਸਾਧਨ ਨੇ, ਅਸੀਂ ਅਪਣਾ ਰਹੇ ਹਾਂ। ਪਰ ਮਾਰੇ ਕਹਿੰਦੇ ਨੇ ਪਾਰ ਬ੍ਰਹਮ ਨੂੰ ਮਿਲਣ ਵਾਸਤੇ ਕੇਵਲ ਜਿਹੜਾ ਇੱਕ ਸਾਧਨ ਹੈ, ਵਿਦਿਆ ਸੋਧੈ ਤਤ ਲਹੈ ਰਾਮ ਨਾਮ ਲਿਵ ਲਾਏ। ਜੇ ਅਸੀਂ ਤਤ ਦੀ ਖੋਜ ਕਰਦੇ ਹਾਂ, ਜਿਸ ਨੂੰ ਹਰ ਤਤ ਕਹਿੰਦੇ ਨੇ, ਮਨ ਜੇ ਹਰ ਤਤ ਦੀ ਪ੍ਰਾਪਤੀ ਨਹੀਂ ਕਰਦਾ, ਹਰ ਤਤ ਨੂੰ ਖੋਜਦਾ ਨਹੀਂ, ਉਹ ਅਗੰਮ ਦੇ ਵਿੱਚ ਪ੍ਰਵੇਸ਼ ਨਹੀਂ ਹੋ ਸਕਦਾ। ਕਿਉਂਕਿ ਪਾਰ ਬ੍ਰਹਮ ਦੇ ਨਾਲ ਜਿੱਥੇ ਮਿਲਾਪ ਹੋਣਾ ਹੈ, ਉਹ ਅਗੰਮ ਦੇ ਵਿੱਚ ਹੈ। ਇਹ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ ਤੇ ਅਗੰਮ ਦੇ ਵਿੱਚ ਪ੍ਰਵੇਸ਼ ਹੋਣ ਵਾਸਤੇ ਸਾਨੂੰ ਹਰ ਤੱਤ ਨੂੰ ਖੋਜਣਾ ਪਏਗਾ, ਰਾਮ ਨਾਮ ਦੇ ਨਾਲ ਲਿਵ ਜੋੜਨੀ ਪਏਗੀ। ਪਰ ਦੁਨਿਆਵੀ ਮੱਤਾਂ ਵਿੱਚ ਗਿਆਨ ਪ੍ਰਾਪਤ ਕੀਤਾ ਹੋਇਆ ਮਨੁੱਖ ਜਿਹੜਾ ਹੈ, ਉਹ ਹਰ ਤੱਤ ਨੂੰ ਨਹੀਂ ਖੋਜਦਾ। ਪੜ੍ਹੇ ਮਨਮੁਖ ਹਰ ਤੱਤ ਨਾ ਜਾਣੇ, ਮੂਲੋਂ ਭੁੱਲਾ ਗੁਰ ਸ਼ਬਦ ਨਾ ਪਛਾਣੇ। ਨਾ ਉਹ ਹਰ ਤੱਤ ਦੀ ਖੋਜ ਕਰਦਾ ਹੈ, ਨਾ ਆਪਣੇ ਮੂਲ ਦੀ ਖੋਜ ਕਰਦਾ ਹੈ, ਤੇ ਨਾ ਗੁਰੂ ਦੀ ਗੱਲ ਹੀ ਧਿਆਨ ਨਾਲ ਸੁਣਦਾ ਹੈ। ਅੱਜ ਬਹੁਤ ਸਾਰੇ ਐਸੇ ਜੀਵ ਨੇ ਜਿਹੜੇ ਗੁਰਬਾਣੀ ਦੇ ਉਪਦੇਸ਼ ਨੂੰ ਅੰਦਰ ਤੱਕ ਨਹੀਂ ਲੈ ਕੇ ਜਾਂਦੇ, ਸ਼ਬਦ ਦੀ ਖੋਜ ਨਹੀਂ ਕਰਦੇ। ਤੇ ਮਾਰੇ ਗੁਰਬਾਣੀ ਅੰਦਰ ਸਮਝਾਉਂਦੇ, ਆਂਦੇ ਮਨਮੁਖ ਵਿਦਿਆ ਬਿਰਕਦਾ, ਬਿਖ ਖੱਟੇ ਬਿਖ ਖਾਏ। ਉਹ ਸਿਰਫ ਦੁਨਿਆਵੀ ਸਿਆਣਪਾਂ ਦੇ ਵਿੱਚ, ਦੁਨਿਆਵੀ ਵਿਦਵਾਵਾਂ ਦੇ ਵਿੱਚ, ਦੁਨਿਆਵੀ ਗਿਆਨ ਦੇ ਵਿੱਚ ਜ਼ਹਿਰ ਇਕੱਠੀ ਕਰਨੀ ਸ਼ੁਰੂ ਕਰ ਦਿੰਦਾ ਹੈ। ਆਪਣੇ ਆਪ ਨੂੰ ਬੜਾ ਸਿਆਣਾ ਸਮਝਦਾ ਹੈ। ਮਨਮੁਖ ਵਿਦਿਆ ਬਿਰਕਦਾ, ਬਿਖ ਖੱਟੇ ਬਿਖ ਖਾਏ, ਮੂਰਖ ਸ਼ਬਦ ਨਾ ਚੀਨਈ, ਸੂਝ ਬੂਝ ਕਹਿ ਨਾ ਹੈ। ਹੁਣ ਉਸ ਨੂੰ ਮਾਇਆ ਦੇ ਘਰ ਦਾ ਤਾਂ ਗਿਆਨ ਹੈ, ਪਰ ਉਸ ਮਨਮੁਖ ਨੂੰ ਸ਼ਬਦ ਦੀ ਖੋਜ ਨਹੀਂ ਹੈ। ਉਹ ਮੂਰਖ ਮਨ ਜਿਹੜਾ ਹੈ, ਉਹ ਸ਼ਬਦ ਦੀ ਖੋਜ ਨਹੀਂ ਕਰਦਾ। ਤੇ ਪਿਆਰਿਓ, ਜਿੰਨੀ ਦੇਰ ਤੱਕ ਅਸੀਂ ਹਰ ਤੱਤ, ਬੀਜ ਮੰਤਰ, ਸ਼ਬਦ ਦੀ ਖੋਜ ਨਹੀਂ ਕਰਦੇ, ਇਹ ਸਾਡਾ ਜਿਹੜਾ ਜੀਵਨ ਹੈ ਬਿਅਰਥ ਹੈ।
ਉਸ ਨੂੰ ਗੁਰਬਾਣੀ ਦੇ ਵਿੱਚ ਫਿਰ ਇਸ ਤਰ੍ਹਾਂ ਕਿਹਾ ਗਿਆ ਹੈ, ਇਕ ਨਾ ਨਾਦ ਨਾ ਵੇਦ ਨਾ ਗੀ ਰਸ, ਰਸ ਕਾ ਸਕਸ਼ ਨਾ ਜਣੰਤ, ਇਕ ਨਾ ਸੁਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਭਿਓ ਨਾ ਲਹੰਤ, ਨਾਨਕ ਸੇ ਨਰ ਅਸਲ ਖਰ। ਕਹਿੰਦੇ ਜੇ ਸ਼ਬਦ ਦੀ ਖੋਜ ਨਹੀਂ ਕੀਤੀ ਤੇ ਉਹ ਜਿਹੜਾ ਮਨ ਹੈ ਅਸਲ ਖਰ ਹੈ। ਖਰ ਤੋਂ ਭਾਵ ਹੁੰਦਾ ਹੈ ਗਧਾ। ਨਾਨਕ ਸੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਗ੍ਰੰਥ। ਉਹਦੇ ਅੰਦਰ ਸ਼ਬਦ ਦਾ ਭੇਦ ਨਹੀਂ ਹੈ, ਸ਼ਬਦ ਦਾ ਟਿਕਾਊ ਨਹੀਂ ਹੈ, ਸ਼ਬਦ ਦਾ ਵਿਕਾਸ ਨਹੀਂ ਹੈ, ਉਹਦੀ ਪੜ੍ਹਾਈ ਬੇਅਰਥ ਹੈ। ਇਸ ਕਰਕੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਤੇ ਕਿਹੜਾ ਗਿਆਨ ਪ੍ਰਾਪਤ ਕਰਨਾ ਹੈ, ਤੇ ਮਹਾਰਾਜ ਸਮਝਾਉਂਦੇ ਨੇ, ਗੁਰਮੁਖ ਪਾਧਾ ਆਖੀਏ। ਹੁਣ ਜਿਹੜਾ ਗੁਰਮੁਖ ਹੈ, ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਤੇ ਗੁਰੂ ਸਾਡੇ ਤੇ ਕਿਰਪਾ ਕਰਦਾ ਹੈ ਤੇ ਕਹਿੰਦੇ ਚਾਟੜਿਆਂ ਮੱਤ ਦੇ। ਜਿਹੜਾ ਅਸਲੀ ਪੜਾਕ ਹੈ, ਜਿਹੜਾ ਗੁਰੂ ਹੈ, ਉਹ ਆਪਣੇ ਚਾਟੜਿਆਂ ਨੂੰ ਭਾਵ ਸਿੱਖਾਂ ਨੂੰ ਕੀ ਮੱਤ ਦਿੰਦਾ ਹੈ, ਅਸੀਂ ਕੀ ਸਿੱਖਣਾ ਹੈ। ਬਹੁਤ ਸਾਰੇ ਜੀਵ ਸੰਗਤ ਵਿੱਚ ਨਹੀਂ ਆਉਂਦੇ, ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ ਸਾਨੂੰ ਤਾਂ ਸਾਰਾ ਕੁਝ ਪਤਾ ਹੈ, ਸਾਨੂੰ ਤਾਂ ਸਿੱਖਣ ਦੀ ਕੋਈ ਲੋੜ ਹੀ ਨਹੀਂ ਹੈ। ਗੁਰਮੁਖ ਪਾਦਾ ਆਖੀਏ ਚਾਟੜਿਆਂ ਮੱਤ ਦੇ, ਨਾਮ ਸਮਾਰੋ। ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਤੇ ਗੁਰੂ ਕੀ ਕਰਦਾ ਹੈ, ਨਾਮ ਦਾ ਭੇਦ ਦਿੰਦਾ ਹੈ, ਨਾਮ ਜਪਾਉਂਦਾ ਹੈ ਤੇ ਨਾਮ ਦੇ ਨਾਲ ਲਿਵ ਜੋੜਦਾ ਹੈ। ਨਾਮ ਸਮਲ ਹੈ, ਨਾਮ ਸੰਗ੍ਰਹ, ਲਾਹਾ ਜਗ ਮੈਂ ਲੈ। ਉਹ ਆਂਦੇ ਨੇ ਸੰਸਾਰ ਦੇ ਵਿੱਚ ਆਉਣ ਦਾ ਤੁਹਾਡਾ ਲਾਹਾ ਕੀ ਹੈ, ਜੇ ਤੁਸੀਂ ਨਾਮ ਨੂੰ ਪ੍ਰਾਪਤ ਕਰ ਲਿਆ। ਜੇ ਨਾਮ ਪ੍ਰਾਪਤ ਕਰ ਲਿਆ ਤੇ ਸਾਰਾ ਕੁਝ ਹੀ ਪ੍ਰਾਪਤ ਹੋ ਗਿਆ ਤੁਹਾਨੂੰ। ਫਿਰ ਗੁਰੂ ਸਾਡੇ ਧਿਆਨ ਨੂੰ ਬਦਲਦਾ ਹੈ, ਮਨ ਨੂੰ ਬਦਲਦਾ ਹੈ, ਸੁਰਤੀ ਨੂੰ ਬਦਲਦਾ ਹੈ। ਉਹਦਾ ਜੋ ਗਿਆਨ ਤੁਸੀਂ ਸੰਸਾਰ ਦੇ ਵਿੱਚ ਆ ਕੇ ਸਿੱਖਿਆ, ਇਹ ਸਭ ਨਾਸ਼ਵਾਨ ਹੈ, ਮਿਥਿਆ ਹੈ। ਤੁਸੀਂ ਕਾਲ ਦੇ ਦਾਇਰੇ ਵਿੱਚ ਚਲੇ ਗਏ ਹੋ। ਆਇਓ ਅੰਗੇ ਸਭ ਜਗ ਆਇਆ, ਕਾਖੇ ਕੰਗੇ ਕਾਲ ਪਿਆ, ਰੀਰੀ ਲੱਲੀ ਪਾਪ ਕਮਾਣੇ, ਪੜ ਅਵਗੁਣ ਗੁਣ ਵਿਸਰਿਆ। ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰੇ ਸਿਰ ਰਹਿਆ। ਉਹਦੇ ਕੀ ਪੜਿਆ ਹੈ, ਕੀ ਗਿਆਨ ਪ੍ਰਾਪਤ ਕੀਤਾ ਹੈ, ਸਗੋਂ ਜੋ ਪੜਿਆ ਤੁਸੀਂ ਕਾਲ ਦੇ ਦਾਇਰੇ ਵਿੱਚ ਫਸ ਗਏ ਹੋ। ਇੱਥੇ ਤੁਸੀਂ ਗੁਣ ਛੱਡ ਦਿੱਤਾ ਹੈ ਤੇ ਅਵਗੁਣਾਂ ਨੂੰ ਪ੍ਰਾਪਤ ਕਰਨਾ ਸ਼ੁਰੂ ਕਰ ਲਿਆ ਹੈ। ਹਰ ਇੱਕ ਚੀਜ਼ ਉਹ ਅਵਗੁਣ ਹੈ ਜਿਹੜੀ ਸਾਨੂੰ ਪਾਰ ਬ੍ਰਹਮ ਤੋਂ, ਪਰਮਾਤਮਾ ਤੋਂ ਦੂਰ ਕਰਦੀ ਹੈ। ਉਹ ਹਰ ਇੱਕ ਚੀਜ਼ ਹੀ ਮਾੜੀ ਹੈ ਜਿਹੜੀ ਸਾਨੂੰ ਨਿਰੰਕਾਰ ਤੋਂ ਦੂਰ ਕਰਦੀ ਹੈ। ਤੁਹਾਡੇ ਤੁਸੀਂ ਇੱਥੇ ਆ ਕੇ ਗੁਣ ਨੂੰ ਛੱਡ ਦਿੱਤਾ ਤੇ ਅਵਗੁਣ ਕਰਨੇ ਸ਼ੁਰੂ ਕਰ ਦਿੱਤੇ ਨੇ। ਜਦੋਂ ਗੁਰੂ ਇਹ ਸਾਡੇ ਮਨ ਦੀ ਅਵਸਥਾ ਦੇਖਦਾ, ਉਹ ਫਿਰ ਸਾਨੂੰ ਬ੍ਰਹਮ ਗਿਆਨ ਬਖਸ਼ਿਸ਼ ਕਰਦਾ ਹੈ, ਸਾਨੂੰ ਤੱਤ ਦਾ ਭੇਦ ਦੇਣਾ ਸ਼ੁਰੂ ਕਰ ਦਿੰਦਾ ਹੈ। ਆਂਦੇ ਤੁਸੀਂ ਬਾਹਰ ਮੁਖੀ ਹੋ ਕੇ ਚੱਲ ਰਹੇ ਹੋ। ਜੇ ਤੁਸੀਂ ਹਰ ਤੱਤ ਨੂੰ ਪ੍ਰਾਪਤ ਕਰਨਾ ਤੇ ਇਸ ਕਾਇਆ ਦੀ ਖੋਜ ਕਰੋ। ਇਥੋਂ ਫਿਰ ਸ਼ੁਰੂ ਹੁੰਦੀ ਹੈ ਗੁਰੂ ਦੀ ਸੰਗਤ ਵਿੱਚ ਆ ਕੇ ਬ੍ਰਹਮ ਦੀ ਪੜ੍ਹਾਈ। ਤੇ ਗੁਰੂ ਉਪਦੇਸ਼ ਕਰਦਾ, ਕਹਿੰਦਾ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਪੀਪਾ ਪ੍ਰਣਵ ਹੈ ਪਰਮ ਤਤ ਹੈ, ਸਤਿਗੁਰ ਹੋਏ ਲਿਖਾਏ। ਹੁਣ ਆਪਣੀ ਬ੍ਰਹਮ ਵਿਦਿਆ ਸ਼ੁਰੂ ਹੋਣੀ ਹੈ ਜਦੋਂ ਆਪਾਂ ਕਾਇਆ ਦੀ ਖੋਜ ਸ਼ੁਰੂ ਕਰਾਂਗੇ, ਕਿਉਂਕਿ ਹਰ ਤੱਤ ਇਸ ਕਾਇਆ ਦੇ ਅੰਦਰ ਹੈ। ਤੇ ਗੁਰੂ ਦਾ ਉਪਦੇਸ਼ ਸਿੱਖ ਨੂੰ ਸਭ ਤੋਂ ਪਹਿਲਾਂ ਇਹੋ ਹੀ ਹੈ, ਗੁਰਮੁਖ ਹੋਵੇ ਸੋ ਕਾਇਆ ਖੋਜੈ, ਹੋਰ ਸਭ ਭਰਮ ਭੁਲਾਈ। ਗੁਰੂ ਸਮਝਾਉਂਦਾ ਹੈ ਕਿ ਜਿਹੜਾ ਹਰ ਤੱਤ ਹੈ, ਜੋ ਬੀਜ ਮੰਤਰ ਹੈ, ਇਸ ਕਾਇਆ ਦੇ ਅੰਦਰ ਹੈ। ਤੇ ਤੁਸੀਂ ਬਾਹਰ ਮੁਖੀ ਧਿਆਨ ਨੂੰ ਛੱਡਦੇ ਹੋਏ ਇਸ ਕਾਇਆ ਦੀ ਖੋਜ ਕਰਨੀ ਸ਼ੁਰੂ ਕਰ ਦਿਓ। ਇਸ ਕਾਇਆ ਦੇ ਅੰਦਰ ਹੀ ਪਾਰ ਬ੍ਰਹਮ ਦਾ ਨਿਵਾਸ ਹੈ। ਇਸ ਕਾਇਆ ਦੇ ਅੰਦਰ ਹੀ
ਬੀਜ ਮੰਤਰ ਹੈ। ਇਸ ਕਾਇਆ ਦੇ ਅੰਦਰ ਹੀ ਨਾਮ ਦਾ ਵਿਕਾਸ ਹੋ ਰਿਹਾ ਹੈ ਤੇ ਤੁਸੀਂ ਇਸ ਕਾਇਆ ਦੀ ਪੜ੍ਹਾਈ ਕਰੋ, ਇਸ ਕਾਇਆ ਦੀ ਖੋਜ ਕਰੋ। ਤੇ ਹੁਣ ਆਪਾਂ ਦੇਖਦੇ ਹਾਂ ਕਿੰਨੇ ਕੁ ਜੀਵ ਨੇ ਜਿਹੜੇ ਬਾਣੀ ਪੜ੍ਹ ਕੇ ਕਾਇਆ ਦੀ ਖੋਜ ਕਰਦੇ ਨੇ। ਅਸਲੀ ਫਿਰ ਮਾਰੇ ਕਹਿੰਦੇ ਨੇ ਪੜਾਕ ਉਹ ਹੈ, ਸਿੱਖ ਉਹ ਹੈ ਜਿਹੜਾ ਫਿਰ ਗੁਰੂ ਦੀ ਮੱਤ ਦੁਆਰਾ ਚੱਲਦਾ ਹੈ। ਸੋ ਪੜਿਆ ਸੋ ਪੰਡਤ ਬੀਨਾ। ਜਿਹੜਾ ਹੁਣ ਸਟੂਡੈਂਟ ਜਾਂ ਸਿੱਖਿਆਰਥੀ ਕਹਿ ਲਓ, ਟੀਚਰ ਜੋ ਪੜ੍ਹਾ ਰਿਹਾ ਹੈ ਜੇ ਉਹਦੇ ਅਨੁਸਾਰ ਹੀ ਨਹੀਂ ਪੜ੍ਹੇਗਾ ਤੇ ਕਿਵੇਂ ਸਫਲ ਹੋ ਜਾਏਗਾ? ਹੋ ਸਕਦਾ ਕਦੀ? ਤੁਸੀਂ ਆਪ ਹੀ ਦੇਖੋ, ਬੱਚੇ ਨੂੰ ਸਕੂਲ ਭੇਜਦੇ ਹੋ, ਜੇ ਉਹਦੀ ਅਟੈਂਸ਼ਨ ਨਹੀਂ ਹੈ ਜੋ ਟੀਚਰ ਪੜ੍ਹਾ ਰਿਹਾ ਹੈ, ਉਹ ਕੀ ਸਬਜੈਕਟ ਵਿੱਚੋਂ ਪਾਸ ਹੋਏਗਾ? ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ ਤੇ ਗੁਰੂ ਕਹਿੰਦਾ ਹੈ ਸੋ ਪੜਿਆ ਸੋ ਪੰਡਤ ਬੀਨਾ। ਜੋ ਗੁਰ ਸ਼ਬਦ ਕਰੇ ਵਿਚਾਰ, ਅੰਦਰ ਖੋਜੈ ਤਤ ਲਹੈ ਤਾ ਪਾਏ ਮੋਖ ਦੁਆਰ। ਹੁਣ ਤੁਹਾਨੂੰ ਮੋਖ ਦੁਆਰ ਤਾਂ ਪ੍ਰਾਪਤ ਹੋ ਸਕਦਾ ਹੈ ਜੇ ਅਸੀਂ ਕਾਇਆ ਦੀ ਖੋਜ ਕਰਾਂਗੇ। ਤੇ ਗੁਰੂ ਕਹਿ ਰਿਹਾ ਵੀ ਉਹ ਹਰ ਤੱਤ ਇਸ ਕਾਇਆ ਦੇ ਅੰਦਰ ਹੈ। ਅਸੀਂ ਹੁਣ ਇਸ ਕਾਇਆ ਦੇ ਅੰਦਰ ਖੋਜ ਕਰਨੀ ਹੈ। ਹੁਣ ਇਸ ਕਾਇਆ ਦੇ ਅੰਦਰ ਜਿੱਥੇ ਨਿਰੰਕਾਰ ਪਰਮਾਤਮਾ ਦਾ ਵਾਸਾ ਹੈ, ਉਸ ਨੂੰ ਗੁਰਬਾਣੀ ਦੇ ਵਿੱਚ ਸੁੰਨ ਅਵਸਥਾ ਕਹਿ ਦਿੱਤਾ ਹੈ। ਜਿੱਥੇ ਉਹ ਹਰ ਤੱਤ ਹੈ, ਬੀਜ ਮੰਤਰ ਹੈ, ਉਹਨੂੰ ਵੀ ਚੌਥਾ ਪਦ ਕਹਿ ਦਿੱਤਾ ਹੈ। ਹੁਣ ਅਸੀਂ ਅੰਦਰ ਉਸ ਅਵਸਥਾ ਦੇ ਵਿੱਚ ਕਿਵੇਂ ਪ੍ਰਵੇਸ਼ ਹੋਣਾ ਹੈ, ਉਹ ਫਿਰ ਸਾਨੂੰ ਗੁਰਬਾਣੀ ਗੁਰੂ ਉਪਦੇਸ਼ ਕਰਦੇ ਤੇ ਸਮਝਾਉਂਦੇ ਨੇ। ਆਂਦੇ ਨੇ ਕਿਵੇਂ ਤੁਸੀਂ ਹੁਣ ਧਿਆਨ ਨੂੰ ਇਸ ਕਾਇਆ ਦੇ ਅੰਦਰ ਲੈ ਕੇ ਜਾਣਾ ਹੈ। ਜਿੱਥੇ ਉਹ ਹਰ ਤੱਤ ਹੈ, ਜਿੱਥੇ ਉਹ ਬੀਜ ਮੰਤਰ ਹੈ, ਜਿੱਥੇ ਸੁੰਨ ਹੈ, ਉਥੋਂ ਤੱਕ ਪਹੁੰਚਣ ਵਾਸਤੇ ਇਹ ਕਾਇਆ ਦੇ ਜਿਹੜੇ 5 ਤੱਤ ਨੇ ਉਹ ਰੁਕਾਵਟ ਬਣੇ ਹੋਏ ਨੇ, ਜਿਸ ਕਰਕੇ ਤੁਸੀਂ ਉਸ ਬੀਜ ਮੰਤਰ ਤੱਕ ਪਹੁੰਚ ਨਹੀਂ ਰਹੇ। ਤੇ ਇਹ ਉਹ ਫਿਰ ਸਾਨੂੰ ਉਪਦੇਸ਼ ਕਰਦੇ ਤੇ ਸਮਝਾਉਣਾ ਕਰਦੇ ਨੇ। ਸਭ ਤੋਂ ਪਹਿਲਾ ਹੈ ਪੌਣ ਤੱਤ। ਹੁਣ ਪੌਣ ਤੱਤ ਨੂੰ ਅਸੀਂ ਪਾਰ ਕਰਨਾ ਹੁੰਦਾ ਹੈ, ਕਿਉਂਕਿ ਸਰੀਰ ਤੱਤਾਂ ਦਾ ਬਣਿਆ ਹੋਇਆ ਤੇ ਅਸੀਂ ਇਹ ਤੋਂ ਬਾਹਰ ਆ ਚੁੱਕੇ ਹਾਂ। ਜਿਹੜਾ ਬੀਜ ਮੰਤਰ ਹੈ ਅੰਦਰ ਹੈ, ਉਹ ਸਭ ਤੋਂ ਪਹਿਲਾਂ ਪੌਣ ਤੱਤ ਨੂੰ ਪਾਰ ਕਰਨਾ ਹੈ। ਪਵਨ, ਪਾਣੀ, ਬਹਿ ਸੰਤਰੋ, ਧਰਤ, ਆਕਾਸ਼, ਉਲੰਘ ਪਿਆਣਾ। ਇਹਨਾਂ ਤੱਤਾਂ ਨੂੰ ਪਾਰ ਕਰਕੇ ਫਿਰ ਅਸੀਂ ਸੁੰਨ ਅਵਸਥਾ ਵਿੱਚ ਪ੍ਰਵੇਸ਼ ਹੋਣਾ ਹੁੰਦਾ ਹੈ। ਸਭ ਤੋਂ ਪਹਿਲਾਂ ਹੈ ਪੌਣ ਤੱਤ। ਪੌਣ ਤੱਤ ਨੂੰ ਕਿਵੇਂ ਪਾਰ ਕਰਨਾ ਹੈ? ਜਿਉ ਮੰਦਰ ਕੋ ਥਾਮੇ ਥੰਮਨ, ਤਿਉ ਗੁਰ ਕਾ ਸ਼ਬਦ ਮਨੇ ਅਸਥੰਮਨ। ਗੁਰੂ ਜਦੋਂ ਸਾਨੂੰ ਸ਼ਬਦ ਬਖਸ਼ਿਸ਼ ਕਰਦਾ ਤੇ ਦੱਸਦਾ ਹੈ ਇਹ ਪੌਣ ਤੱਤ ਨੂੰ ਪਾਰ ਕਰਨਾ ਹੈ। ਫਿਰ ਤੁਸੀਂ ਚਲੇ ਜਾਣਾ ਹੈ ਪਾਣੀ ਤੱਤ ਦੇ ਉੱਪਰ। ਪਾਣੀ ਤੱਤ ਨੂੰ ਪਾਰ ਕਰਨਾ, ਜਿਉ ਪਾਖਾਨ ਨਾਵ ਚੜ੍ਹ ਤਰੇ, ਪ੍ਰਾਣੀ ਗੁਰਚਰਨ ਲਗਤ ਨਿਸਤਰੇ। ਫਿਰ ਅਗਲੇ ਪਾਸੇ ਜਾਣਾ ਹੈ ਜਿੱਥੇ ਮਿੱਟੀ ਤੱਤ ਹੈ। ਜਹ ਪੈਂਡੇ ਮਾਂ ਅੰਧ ਗੁਬਾਰਾ, ਤੈ ਹਰ ਕਾ ਨਾਮ ਤੈ ਸੰਗ ਉਜਿਆਰਾ। ਪਾਰ ਕਰਦਿਆਂ ਕਰਦਿਆਂ ਅਗਨ ਤੱਤ ਆਏਗਾ, ਉਹਨੂੰ ਵੀ ਪਾਰ ਕਰਨਾ ਹੈ। ਜਹ ਪਹਿਹਾਨ ਤਪਤ ਬਹੁ ਕਾਮ, ਤੇ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਇਹਨਾਂ 4 ਤੱਤਾਂ ਨੂੰ ਪਾਰ ਕਰਕੇ ਜਦੋਂ ਮਨ ਅੱਗੇ ਜਾਏਗਾ, ਉਦੋਂ ਆਕਾਸ਼ ਤੱਤ ਸ਼ੁਰੂ ਹੁੰਦਾ ਹੈ। ਆਕਾਸ਼ ਤੱਤ ਹੈ ਜਿੱਥੋਂ ਸੁੰਨ ਸ਼ੁਰੂ ਹੋ ਜਾਂਦੀ ਹੈ। ਜਦੋਂ ਸਰੀਰ ਦਾ ਚੇਤਾ ਭੁੱਲਣ ਲੱਗ ਜਾਏਗਾ ਤੁਹਾਨੂੰ, ਤੇ ਦੂਸਰੀ ਸੁੰਨ ਵਿੱਚ ਧਿਆਨ ਲੱਗਣਾ ਸ਼ੁਰੂ ਹੋ ਗਿਆ, ਉਹਨੂੰ ਆਕਾਸ਼ ਤੱਤ ਕਹਿੰਦੇ ਨੇ। ਜਹ ਮਾਰਗ ਕੇ ਗਨੇ ਜਾਏ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਦੋਂ ਇਹਨਾਂ ਤੱਤਾਂ ਨੂੰ ਪਾਰ ਕਰਦਾ ਗਿਆ, ਮਨ ਆਕਾਸ਼ ਤੱਤ ਵਿੱਚ ਅੱਗੇ ਚਲਾ ਗਿਆ। ਉਹਦੀ ਨਿਸ਼ਾਨੀ ਹੈ ਇਹ ਮੁੱਖ ਮਿੱਠਾ ਹੋਣ ਲੱਗ ਜਾਏਗਾ, ਅੰਮ੍ਰਿਤ ਰਸ ਆਉਣਾ ਸ਼ੁਰੂ ਹੋ ਜਾਏਗਾ। ਜਦੋਂ ਇਹ ਰਸ ਆਉਣਾ ਸ਼ੁਰੂ ਹੋ ਗਿਆ, ਧਿਆਨ ਜਿਹੜਾ ਹੈ ਉਹ ਸੁੰਨ ਵਿੱਚ ਆਕਾਸ਼ ਤੱਤ ਵਿੱਚ ਸਫ਼ਰ ਤੇ ਚੱਲ ਪਿਆ ਹੈ। ਤੇ ਉੱਥੇ ਜਾ ਕੇ ਫਿਰ ਆਪਾਂ ਖੋਜ ਸ਼ੁਰੂ ਕਰਨੀ ਹੈ। ਕਹੋ ਕਬੀਰ ਖੋਜੋ ਅਸਮਾਨ।
ਉੱਥੇ ਫਿਰ ਅਗਲੀ ਅਵਸਥਾ ਹੈ ਕਿਵੇਂ ਚੱਲਣਾ ਹੈ। ਪਹਿਲਾਂ ਆਓ ਆਪਾਂ ਤੱਤਾਂ ਨੂੰ ਪਾਰ ਕਰਨਾ ਸਿੱਖੀਏ, ਕਾਇਆਂ ਦੀ ਖੋਜ ਸਿੱਖੀਏ। ਇਸ ਕਰਕੇ ਬਹੁਤ ਸਾਰੇ ਜਿਹੜੇ ਜੀਵ ਨੇ ਉਹਨਾਂ ਨੂੰ ਭੇਦ ਨਹੀਂ ਕਿ ਸਿਮਰਨ ਕਿਵੇਂ ਕਰਨਾ ਹੈ, ਕਿਉਂਕਿ ਬੇਸਿਕ ਲੈਵਲ ਜਿਹੜਾ ਹੈ ਸਿਮਰਨ ਤੋਂ ਸ਼ੁਰੂ ਹੋਏਗਾ ਸਾਡਾ। ਉਸ ਵਕਤ ਜਦੋਂ ਅੰਦਰ ਦੀ ਖੋਜ ਤੇ ਚੱਲਣਾ ਹੈ, ਇਹ ਆਪਣੀ ਜਿਹੜੀ ਧੀਰੀ ਹੈ ਇਹਨੇ ਉਲਟਣਾ ਹੈ। ਅੱਖਾਂ ਜਿਹੜੀਆਂ ਇਹ ਧੀਰੀ ਉਲਟ ਜਾਂਦੀ ਹੈ, ਉਹਦੇ ਵਾਸਤੇ ਆਪਾਂ ਅੰਤਰਗਤ ਜਾਣ ਵਾਸਤੇ ਨੇਤਰ ਬੰਦ ਕਰਨੇ ਨੇ। ਜਦੋਂ ਸਵਾਸ ਅੰਤਰਗਤ ਨੂੰ ਜਾ ਰਿਹਾ ਹੈ, ਇਹਦੇ ਵਿੱਚ ਮਿਲ ਕੇ ਸਿਮਰਨ ਕਰਨਾ ਹੈ। ਇਹ ਅੰਦਰ ਜਾਣਾ ਹੈ, ਆਪਾਂ ਖੋਜ ਕਰਨੀ ਹੈ। ਇਹ ਸਿਰਫ ਕਹਿਣ ਮਾਤਰ ਨਹੀਂ ਹੈ। ਸਿਮਰਨ ਜਿਹੜਾ ਹੈ ਇਹ ਸਿਰਫ ਕਹਿਣ ਮਾਤਰ ਹੀ ਨਹੀਂ ਹੈ, ਇਸ ਸ਼ਬਦ ਨੇ ਸਾਨੂੰ ਉੱਥੇ ਲੈ ਕੇ ਜਾਣਾ ਹੈ। ਇਸ ਵਾਸਤੇ ਮਹਾਰਾਜ ਨੇ ਦੱਸਿਆ ਹੋਇਆ ਹੈ ਸਾਨੂੰ, ਸਾਇਰ ਸ਼ਬਦ ਭਰੇ ਜਲ ਨਿਰਮਲ, ਉਲਟੀ ਨਾਵ ਤਰਾਵੈ, ਬਾਹਰ ਜਾਤੋ ਠਾਕ ਰਹਾਵੈ, ਗੁਰਮੁਖ ਸਹਿਜ ਸਮਾਵੈ। ਆਓ ਸਾਰੇ ਜਣੇ ਆਪਾਂ ਅੰਦਰ ਦੀ ਖੋਜ ਤੇ ਚੱਲੀਏ। ਜਿੰਨਾ ਚਿਰ ਆਪਾਂ ਸਿਮਰਨ ਕਰਾਂਗੇ, ਨੇਤਰ ਬੰਦ ਰੱਖਣੇ ਨੇ, ਅੱਖਾਂ ਬੰਦ ਰੱਖਣੀਆਂ ਨੇ, ਬਾਹਰ ਨਹੀਂ ਦੇਖਣਾ। ਹੌਲੀ ਹੌਲੀ ਆਪਣਾ ਧਿਆਨ ਅੰਤਰਗਤ ਲਈ ਜਾਣਾ ਹੈ, ਤੇ ਜਿਵੇਂ ਜਿਵੇਂ ਅੰਤਰਗਤ ਪ੍ਰਵੇਸ਼ ਹੋ ਜਾਵਾਂਗੇ, ਫਿਰ ਉਹ ਤੋਂ ਆਪਾਂ ਅਗਲੀ ਅਵਸਥਾ ਦੀ ਗੱਲ ਕਰਾਂਗੇ। ਕਿਉਂਕਿ ਜੇ ਆਪਾਂ ਉਸ ਅਵਸਥਾ ਵਿੱਚ ਚਲੇ ਗਏ, ਭੇਦ ਨਹੀਂ ਲੱਗੇਗਾ। ਆਓ ਸਾਰੇ ਜਣੇ ਪਿਆਰ ਦੇ ਨਾਲ ਇਹ ਜਿਹੜਾ ਤਨ ਹੈ ਇਹਨੂੰ ਰਿਲੈਕਸ ਕਰ ਦੇਣਾ, ਔਰ ਬੋਲਣਾ ਤੇ ਸੁਣਨਾ ਹੈ। ਸਰੀਰ ਦਾ ਚੇਤਾ ਭੁੱਲਦਾ ਜਾਵੇ ਸਾਨੂੰ। ਆਓ ਸਾਰੇ ਜਣੇ ਕਰੋ ਕਿਰਪਾ, ਇੱਕ ਮਨ ਇੱਕ ਚਿੱਤ ਹੋ ਕੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ।
ਗੁਰੂ ਵਾਹ 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 ਗੁਰੂ ਗੁਰੂ ਵਾਹ 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 ਗੁਰੂ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ
ਵਾਹਿਗੁਰੂ। ਇਸ ਆਪਣੇ ਅੰਤਰਗਤ ਨੂੰ, ਇਹ ਜਿਹੜੀ ਸਾਡੀ ਸੁਰਤ ਹੈ, ਸਾਡਾ ਧਿਆਨ ਹੈ, ਜਦੋਂ ਅਸੀਂ ਸਾਸ ਗਿਰਾ ਸਿਮਰਨ ਕਰਾਂਗੇ ਤੇ ਬਾਹਰੋਂ ਧਿਆਨ ਅੰਤਰਗਤ ਨੂੰ ਸਫ਼ਰ ਤੇ ਚੱਲ ਪਏਗਾ, ਕਿਉਂਕਿ ਅਸੀਂ ਤੱਤ ਦੀ ਖੋਜ ਤੇ ਚੱਲੇ ਹੋਏ ਹਾਂ। ਸਭ ਤੋਂ ਪਹਿਲਾਂ ਸਾਨੂੰ ਆਪਣਾ ਨਿਸ਼ਾਨਾ, ਆਪਣਾ ਡੈਸਟੀਨੇਸ਼ਨ ਦਾ ਪਤਾ ਹੋਣਾ ਚਾਹੀਦਾ ਹੈ। ਬਹੁਤ ਸਾਰੇ ਜੀਵ ਚੱਲਦੇ ਨੇ ਪਰ ਉਹਨਾਂ ਦਾ ਡੈਸਟੀਨੇਸ਼ਨ ਕੋਈ ਨਹੀਂ, ਨਿਸ਼ਾਨਾ ਨਹੀਂ, ਕਿੱਥੇ ਪਹੁੰਚਣਾ ਹੈ। ਜਦੋਂ ਵੀ ਕੋਈ ਚੀਜ਼ ਚੱਲਦੀ ਹੈ ਨਿਸ਼ਾਨੇ ਤੇ, ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਬੰਦਰਗਾਹ ਤੋਂ ਜਹਾਜ਼ ਚੱਲਦਾ ਹੈ ਤੇ ਸਮੁੰਦਰ ਦੇ ਵਿੱਚ ਲਹਿਰਾਂ ਆਉਂਦੀਆਂ ਨੇ, ਬਹੁਤ ਵੱਡਾ ਸਮੁੰਦਰ ਹੈ ਪਰ ਉਹਦਾ ਨਿਸ਼ਾਨਾ ਹੈ ਮੈਂ ਫਲਾਨੀ ਬੰਦਰਗਾਹ ਤੇ ਜਾਣਾ ਹੈ। ਇਸੇ ਤਰ੍ਹਾਂ ਜਦੋਂ ਸੁਰਤੀ ਨੇ ਸ਼ਬਦ ਦੇ ਬੇੜੇ ਤੇ ਸਵਾਰ ਹੋਣਾ ਹੈ ਤੇ ਸਾਡਾ ਨਿਸ਼ਾਨਾ, ਅਸੀਂ ਇੱਥੇ ਇਸ ਕਿਨਾਰੇ ਤੇ ਪਹੁੰਚਣਾ ਜਿੱਥੇ ਨਾਵ ਘਾਟ ਹੈ। ਨਦੀ ਤਰੰਦੜੀ ਮੈਂਡਾ ਖੋਜ ਨ ਖੁੰਬੈ, ਮੰਝ ਮੁਹੰਬਤ ਤੇਰੀ ਤੌਸੇ ਚਰਣੀ ਮੈਂਡਾ ਹੀੜਾ, ਨਾਨਕ ਸਾਰ ਨਾ ਜਾਣਾ ਤੇਰੀ। ਸਿਰਫ ਆਪਣਾ ਧਿਆਨ ਸ਼ਬਦ ਵਿੱਚ ਟਿਕਾਉਂਦਿਆਂ ਹੋਇਆਂ ਇਹਨਾਂ ਤੱਤਾਂ ਨੂੰ ਪਾਰ ਕਰਦੇ ਜਾਣਾ ਹੈ। ਇਹ ਜਿਹੜੀਆਂ ਲਹਿਰਾਂ ਨੇ ਅਗਨ ਸਾਗਰ ਦੀਆਂ, ਬਿਖ ਸਾਗਰ ਦੀਆਂ, ਇਸ ਭਵ ਸਾਗਰ ਨੂੰ ਪਾਰ ਕਰਦਿਆਂ ਕਰਦਿਆਂ ਅਸੀਂ ਇੱਕ ਸਿਰੇ ਤੇ ਪ੍ਰਵੇਸ਼ ਕਰਨਾ ਹੈ, ਨਾਵ ਘਾਟ ਤੇ ਜਦੋਂ ਨਾਵ ਘਾਟ ਦੇ ਉੱਪਰ ਜਾ ਕੇ ਸੁਰਤ ਦਾ ਟਿਕਾਅ ਹੋਏਗਾ, ਉਥੋਂ ਫਿਰ ਸਫ਼ਰ ਸ਼ੁਰੂ ਹੋਣਾ ਹੈ ਅਗਲਾ ਸਾਡਾ। ਇਹ ਜਿਹੜਾ ਗੁਰੂ ਨੇ ਗਿਆਨ ਦਿੱਤਾ, ਇਸ ਗਿਆਨ ਨੇ ਤੁਹਾਨੂੰ ਹੌਲੀ ਹੌਲੀ ਧਿਆਨ ਦੀ ਅਵਸਥਾ ਵਿੱਚ ਲੈ ਜਾਣਾ ਹੈ। ਮਾਰੇ ਕਹਿੰਦੇ ਨੇ ਗੁਰ ਗਿਆਨ ਔਰ ਧਿਆਨ ਤਤ ਸਿਓ ਤਤ ਮਿਲਾਵੇ। ਹੁਣ ਜਿਹੜਾ ਗਿਆਨ ਤਾਂ ਪਹਿਲਾਂ ਵੀ ਬੜਾ ਸੀ, ਸਾਨੂੰ ਕਈ ਤਰ੍ਹਾਂ ਦਾ ਗਿਆਨ ਹੈ ਮਨੁੱਖ ਨੂੰ, ਪਰ ਜੋਤ ਵਿੱਚ ਜੋਤ ਮਿਲਾਉਣ ਦਾ ਗਿਆਨ ਗੁਰੂ ਤੋਂ ਬਿਨਾਂ ਨਹੀਂ ਮਿਲਦਾ। ਤੱਤ ਵਿੱਚ ਤੱਤ ਮਿਲਾਉਣ ਦਾ ਗਿਆਨ ਗੁਰੂ ਦਿੰਦਾ ਹੈ। ਹੁਣ ਮਨ ਜਿਸ ਤੋਂ ਪ੍ਰਗਟ ਹੋਇਆ ਹੈ, ਨਿਰਾਕਾਰ ਵਿੱਚੋਂ ਪ੍ਰਕਾਸ਼ ਰੂਪ ਹੈ, ਸੱਚ। ਹੁਣ ਅਸੀਂ ਉਹਦੇ ਵਿੱਚ ਆਪਣੀ ਜੋਤ ਰਲਾਉਣੀ ਹੈ, ਸੰਪੂਰਨ ਹੋਣਾ ਹੈ। ਤੇ ਗੁਰੂ ਨੇ ਗਿਆਨ ਦਿੱਤਾ, ਜਿਹੜਾ ਆਪਾਂ ਸ਼ਬਦ ਜਪਦੇ ਹਾਂ ਇਹਨੂੰ ਗਿਆਨ ਕਹਿੰਦੇ ਨੇ। ਜਪਦਿਆਂ ਜਪਦਿਆਂ ਸਾਡਾ ਧਿਆਨ ਅੰਤਰਗਤ ਚਲਾ ਗਿਆ। ਅੰਤਰਗਤ ਫਿਰ ਧਿਆਨ ਦੀ ਅਵਸਥਾ ਸ਼ੁਰੂ ਹੁੰਦੀ, ਜਿੱਥੋਂ ਸੁਣ ਵਿੱਚੋਂ ਅਨਹਦ ਸ਼ਬਦ ਪ੍ਰਗਟ ਹੋ ਗਿਆ। ਉਹਦੇ ਤੁਸੀਂ ਇਹ ਸਿਮਰਨ ਬੰਦ ਕਰ ਦੇਣਾ ਹੈ, ਸੁਣਨਾ ਸ਼ੁਰੂ ਕਰ ਦੇਣਾ ਹੈ। ਸ਼ਬਦ ਦੀ ਧੁਨ ਵਿੱਚ ਅੰਤਰਗਤ ਧਿਆਨ ਲਾ ਦੇਣਾ ਹੁੰਦਾ ਹੈ। ਗੁਰ ਗਿਆਨ ਅਰ ਧਿਆਨ ਤਤ ਸਿਓ ਤਤ ਮਿਲਾਵੇ। ਜਦੋਂ ਉਸ ਸ਼ਬਦ ਨੂੰ ਸੁਣੀ ਜਾਓਗੇ, ਮਨ ਜਿਹੜਾ ਹੈ ਉਹ ਸ਼ਬਦ ਵਿੱਚ ਸਮਾਉਂਦਾ ਜਾਏਗਾ, ਲੀਨ ਹੁੰਦਾ ਜਾਏਗਾ। ਤੇ ਜਦੋਂ ਸ਼ਬਦ ਵਿੱਚ ਲੀਨ ਹੋ ਗਿਆ, ਜੋਤ ਪ੍ਰਗਟ ਹੋਏਗੀ ਤੇ ਮਨ ਇੱਕ ਚਿੱਤ ਹੋ ਜਾਏਗਾ। ਗੁਰ ਗਿਆਨ ਅਰ ਧਿਆਨ ਤਤ ਸਿਓ ਤਤ ਮਿਲਾਵੇ, ਸੱਚ ਸੱਚ ਜਾਣੀਏ, ਏਕ ਚਿੱਤ ਹੈ ਲਿਵ ਲਾਏ। ਉੱਥੇ ਫਿਰ ਅਸੀਂ ਇੱਕ ਚਿੱਤ ਹੁੰਦਿਆਂ ਜਾਣਾ ਹੈ। ਜਦੋਂ ਸ਼ਬਦ ਤੇਜ਼ ਹੋਣਾ ਸ਼ੁਰੂ ਹੋ ਜਾਏ ਤੇ ਧਿਆਨ ਜਿਹੜਾ ਹੈ ਉਹ ਖੱਬੇ ਪਾਸੇ ਲਈ ਜਾਣਾ ਹੈ। ਇਹਨੂੰ ਇੱਕ ਚਿੱਤ ਹੋਣਾ ਕਹਿੰਦੇ ਨੇ। ਇਹ ਸੂਰਜ ਵਾਲਾ ਜਿਹੜਾ ਪਾਸਾ ਹੈ ਇਹਨੂੰ ਬੰਦ ਕਰਦਿਆਂ ਜਾਣਾ ਹੈ ਤੇ ਧਿਆਨ ਨੂੰ ਚੰਦਰਮਾ ਵਾਲੇ ਪਾਸੇ ਲਈ ਜਾਣਾ ਹੈ। ਇੱਕ ਪਾਸੇ ਸ਼ਬਦ ਤੇਜ਼ ਹੁੰਦਾ ਜਾਏਗਾ, ਕਿਉਂਕਿ ਅਸੀਂ ਜਿੱਥੇ ਜਾ ਰਹੇ ਹਾਂ ਨਿਰੰਕਾਰ ਦੇ ਦੇਸ਼ ਵਿੱਚ, ਅਸੀਂ ਜਿੱਥੇ ਜਾ ਰਹੇ ਹਾਂ ਸੱਚ ਨੂੰ, ਨਿਰਾਕਾਰ ਨੂੰ ਮਿਲਣ ਵਾਸਤੇ, ਉਹਦੀ ਨਿਸ਼ਾਨੀ ਦੱਸੀ ਹੋਈ ਹੈ। ਅਸੁਰ ਨਦੀ ਕਾ ਬੰਦੇ ਮੂਲ। ਅਸੁਰ ਨਦੀ ਹੁੰਦੀ ਹੈ ਜਿੱਧਰ ਜ਼ਿਆਦਾ ਵਕਾਰ ਚੱਲਦੇ ਨੇ, ਜਿੱਧਰ ਰਾਖਸ਼ਾਂ ਦਾ ਵਾਸਾ ਹੈ।
ਤੇ ਜਿਸ ਇਲਾਕੇ ਥਾਣੀ ਆਪਾਂ ਜਾਣਾ ਹੈ ਉਧਰ ਅੰਮ੍ਰਿਤ ਚੱਲਦਾ ਹੈ। असुर नदी का बंदे मूल, पश्चिम फेर चढ़ावे सूर, अजर जरै सो निजर चरै, जगन्नाथ स्यों गोष्ट करे। ਇਹ ਅਸੁਰ ਨਦੀ ਜਿਹੜੀ ਹੈ ਇਹਨੂੰ ਛੱਡਦੇ ਜਾਣਾ ਤੇ ਇੱਕ ਚਿੱਤ ਹੁੰਦੇ ਜਾਣਾ ਹੈ, ਕਿਉਂਕਿ ਅਸੀਂ ਕਾਲ ਦੇ ਦਾਇਰੇ ਵਿੱਚੋਂ ਨਿਕਲਣਾ ਹੈ। ਆਪਾਂ ਕਾਲ ਦੇ ਦਾਇਰੇ ਵਿੱਚ ਹਾਂ ਸਾਰੇ ਜਣੇ। ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਨੇ, ਇੱਕ ਛਿਨ ਇੱਕ ਚਿੱਤ ਜੇ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਅਸੀਂ ਇੱਕ ਚਿੱਤ ਹੋਣਾ ਹੈ। ਇੱਕ ਚਿੱਤ ਹੁੰਦਾ ਹੈ ਜਦੋਂ ਤੁਹਾਨੂੰ ਅੰਦਰੋਂ ਸ਼ਬਦ ਸੁਣਨ ਲੱਗ ਪਿਆ, ਇਹ ਸਾਰਾ ਧਿਆਨ ਖੱਬੇ ਪਾਸੇ ਪਾਰ ਚੰਦਰਮਾ ਵਾਲੇ ਪਾਸੇ ਲੈ ਜਾਣਾ ਹੈ, ਸੂਰਜ ਵਾਲਾ ਪਾਸਾ ਬੰਦ ਕਰਦੇ ਜਾਣਾ ਹੈ। ਇਸ ਤਰ੍ਹਾਂ ਆਪਾਂ ਇੱਕ ਚਿੱਤ ਹੋਣਾ ਹੈ, ਤਾਂ ਆਪਾਂ ਸੱਚ ਦੇ ਵਿੱਚ ਪ੍ਰਵੇਸ਼ ਕਰ ਸਕਦੇ ਹਾਂ, ਅਗੰਮ ਵਿੱਚ ਜਾ ਸਕਦੇ ਹਾਂ। ਜਿਸ ਤਰ੍ਹਾਂ ਆਪਾਂ ਰਾਤ ਨੂੰ ਦੇਹ ਛੱਡਦੇ ਹਾਂ, ਬਹੁਤ ਸਾਰੇ ਜੀਵਾਂ ਨੂੰ ਇਹਦਾ ਭੇਦ ਨਹੀਂ ਹੈ, ਉਹ ਇਸਤੇਮਾਲ ਨਹੀਂ ਕਰਦੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ, ਰਾਜਸ ਤਾਮਸ ਸਤ ਇਹ ਕਾਲ ਸਮਾਵੈ, ਸਸੀਰ ਕੇ ਕਰ ਸੂਰ ਸਮਾਵੈ, ਜੋਗ ਜੁਗਤ ਕੀ ਕੀਮਤ ਪਾਵੇ। ਜਿਵੇਂ ਜਿਵੇਂ ਸ਼ਬਦ ਤੇਜ਼ ਹੋਣਾ ਸ਼ੁਰੂ ਹੋ ਗਿਆ, ਨਾਦ ਪ੍ਰਗਟ ਹੋਣਾ ਸ਼ੁਰੂ ਹੋ ਗਿਆ, ਤੇ ਧਿਆਨ ਕਿਹੜੇ ਪਾਸੇ? ਨਾਦ ਸਤ ਪੂਰਿਆ, ਚੰਦ ਸਤ ਭੇਦਿਆ, ਸੂਰ ਸਤ ਖੋੜਸਾ ਦਤ ਕੀਆ। ਹੌਲੀ ਹੌਲੀ ਧਿਆਨ ਨੂੰ ਸ਼ਬਦ ਵਿੱਚ ਲੀਨ ਕਰਦੇ ਜਾਣਾ ਹੈ, ਉਹਨੂੰ ਕਹਿੰਦੇ ਨੇ ਇੱਕ ਚਿੱਤ ਹੋ ਗਿਆ। ਤੇ ਜਦੋਂ ਅਸੀਂ ਇੱਕ ਚਿੱਤ ਹੋਣ ਲੱਗ ਪਏ, ਧਿਆਨ ਸ਼ਬਦ ਦੇ ਵਿੱਚ ਸਮਾਉਣਾ ਸ਼ੁਰੂ ਹੋ ਗਿਆ, ਤੇ ਮਾਰੇ ਫਿਰ ਅਗਲੀ ਅਵਸਥਾ ਦੱਸਦੇ ਨੇ। ਕੀ ਅਵਸਥਾ ਹੋਏਗੀ? ਗੁਰ ਗਿਆਨ ਅਰ ਧਿਆਨ, ਤਤ ਸਿਓ ਤਤ ਮਿਲਾਵੇ, ਸੱਚ ਸੱਚ ਜਾਣੀਏ, ਏਕ ਚਿਤੈ ਲਿਵ ਲਾਏ। ਜਦੋਂ ਇੱਕ ਚਿੱਤ ਹੋ ਗਏ, ਕਾਮ ਕ੍ਰੋਧ ਵਸ ਕਰੇ, ਪਵਨ ਉਡੰਤ ਨ ਧਾਵੇ। ਜਦੋਂ ਤੁਸੀਂ ਇੱਕ ਚਿੱਤ ਹੋ ਗਏ, ਇਹ ਪਾਉਣ ਨਾਲੋਂ ਸੰਬੰਧ ਟੁੱਟਣ ਲੱਗ ਜਾਏਗਾ। ਇੱਥੇ ਜਾ ਕੇ ਤੁਹਾਨੂੰ ਆਪਣੇ ਘਰਾੜੇ ਦੀ ਆਵਾਜ਼ ਵੀ ਸੁਣਾਈ ਦੇਵੇਗੀ ਕਈ ਦਫਾ ਇਸ ਤਰੀਕੇ ਨਾਲ, ਪਰ ਤੁਸੀਂ ਇੱਧਰ ਧਿਆਨ ਨਹੀਂ ਰੱਖਣਾ। ਉੱਥੇ ਜਾ ਕੇ ਜਦੋਂ ਮਨ ਜਾਗਣ ਲੱਗ ਜਾਂਦਾ ਹੈ, ਭੇਦ ਲੱਗਦਾ ਕਿ ਸਰੀਰ ਸੌਂ ਗਿਆ, ਉੱਥੋਂ ਮਨ ਪਾਉਣ ਨਾਲੋਂ ਵੱਖ ਹੋਣਾ ਸ਼ੁਰੂ ਹੋ ਗਿਆ ਹੈ। ਤੇ ਜਦੋਂ ਪਾਉਣ ਨੂੰ ਛੱਡਣਾ ਸ਼ੁਰੂ ਕਰ ਦਿੱਤਾ, ਪਾਉਣ ਨਾਲੋਂ ਵੱਖ ਹੋ ਗਿਆ, ਕੇਵਲ ਸ਼ਬਦ ਰਹਿ ਜਾਂਦਾ ਹੈ ਉੱਥੇ। ਕਾਮ ਕ੍ਰੋਧ ਵਸ ਕਰੇ, ਪਵਨ ਉਡੰਤ ਨ ਧਾਵੈ। ਤੇ ਸ਼ਬਦ ਵਿੱਚ ਸਮਾ ਕੇ ਅੱਗੇ ਜਾਂਦਾ, ਨਿਰੰਕਾਰ ਕੇ ਵਸੇ ਦੇਸ਼, ਹੁਕਮ ਬੂਝ ਵਿਚਾਰ ਪਾਵੇ। ਉਥੋਂ ਫਿਰ ਸ਼ਬਦ ਵਿੱਚ ਸਮਾ ਕੇ ਮਨ ਨੇ ਨਿਰਾਕਾਰ ਦੇ ਦੇਸ਼ ਵਿੱਚ ਜਾਣਾ ਹੈ, ਅਗੰਮ ਦੇ ਵਿੱਚ ਜਾਣਾ ਹੈ। ਸ਼ਬਦ ਵਿੱਚ ਸਮਾ ਕੇ ਫਿਰ ਅਗੰਮ ਦੇ ਵਿੱਚ ਜਾ ਕੇ ਪ੍ਰਕਾਸ਼ ਜੋਤ ਪ੍ਰਗਟ ਹੁੰਦੀ ਹੈ, ਉਹਦੇ ਵਿੱਚ ਸਮਾਉਂਦਾ ਹੈ। ਉਹ ਅਗਲੀ ਸਟੇਜ ਹੈ। ਹੁਣ ਜਿੰਨੀ ਦੇਰ ਤੱਕ ਇੱਕ ਚਿੱਤ ਨਹੀਂ ਹੋਵਾਂਗੇ, ਨਿਕਲ ਨਹੀਂ ਸਕਦੇ ਇੱਥੋਂ। ਜਿੰਨੀ ਦੇਰ ਤੱਕ ਬਾਹਰੋਂ ਅੰਦਰ ਨਹੀਂ ਜਾਵਾਂਗੇ, ਇੱਕ ਚਿੱਤ ਨਹੀਂ ਹੋ ਸਕਦੇ। ਤੇ ਜਿੰਨੀ ਦੇਰ ਤੱਕ ਸਿਮਰਨ ਨਹੀਂ ਕਰਾਂਗੇ ਤੇ ਬਾਹਰੋਂ ਅੰਦਰ ਨਹੀਂ ਜਾ ਸਕਦੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਗੁਰਬਾਣੀ ਦੇ ਵਿੱਚ ਇਹ ਸਾਰਾ ਭੇਦ ਦੇਣਾ ਸ਼ੁਰੂ ਕੀਤਾ। ਤੇ ਜਿਵੇਂ ਜਿਵੇਂ ਮਨ ਫਿਰ ਸ਼ਬਦ ਵਿੱਚ ਸਮਾਉਂਦਾ ਗਿਆ, ਅਗੰਮ ਵਿੱਚ ਪ੍ਰਵੇਸ਼ ਹੁੰਦਾ ਗਿਆ। ਤੇ ਜਦੋਂ ਅਗੰਮ ਵਿੱਚ ਪ੍ਰਵੇਸ਼ ਹੋਏ, ਤੇ ਫਿਰ ਮਾਲਕ ਦੇ ਦਰਸ਼ਨ ਕੀਤੇ। ਤੇ ਫਿਰ ਉਹਨਾਂ ਨੇ ਸਾਨੂੰ ਦੱਸਿਆ, ਤੇ ਕਿਵੇਂ ਦੇਖਿਆ ਹੈ? ਅਦ੍ਰਿਸ਼ਟ ਅਗੋਚਰ ਪਕੜਿਆ ਗੁਰ ਸ਼ਬਦੀ, ਸਤਿਗੁਰ ਕੈ ਬਲਹਾਰ ਨੇ। ਜਿਸ ਦੁਨਿਆਵੀ ਤੌਰ ਤੇ ਕੋਈ ਬੱਚਾ ਟੀਚਰ ਦੀ ਅਟੈਂਸ਼ਨ ਦੇ ਵਿੱਚ ਹੁੰਦਾ ਹੈ, ਧਿਆਨ ਨਾਲ ਪੜ੍ਹਦਾ ਹੈ, ਅਟੈਂਡ ਕਰਦਾ ਹੈ, ਤੇ ਜਦੋਂ ਉਹ ਪੜ੍ਹਾਈ ਤੋਂ ਬਾਅਦ ਕਿਤੇ ਸਫਲ ਹੋ ਜਾਂਦਾ, ਉਹਨੂੰ ਕੋਈ ਜੌਬ ਮਿਲ ਜਾਂਦੀ ਹੈ, ਕੋਈ ਬਿਜ਼ਨਸ ਅੱਛਾ ਕਰਦਾ ਹੈ, ਤੇ ਫਿਰ ਉਹ ਦੱਸਦਾ ਹੈ, ਕਈ ਦਫਾ ਇੰਟਰਵਿਊ ਹੁੰਦੀ ਹੈ, ਉਹ ਦੱਸਦਾ ਕਿ ਮੈਨੂੰ ਇਸ ਤਰ੍ਹਾਂ ਮੈਂ ਪੜ੍ਹਿਆ, ਇਸ ਤਰ੍ਹਾਂ ਸਿੱਖਿਆ। ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਗੁਰੂ ਧਾਰਨ ਕਰਦੇ ਹਾਂ, ਤੇ ਜਦੋਂ ਅਗੰਮ ਦੇ ਵਿੱਚ ਗਏ, ਮਿਲਾਪ ਹੋਇਆ,
ਉਹ ਫਿਰ ਦੱਸਦੇ ਨੇ ਵੀ ਗੁਰੂ ਨੇ ਕਿਰਪਾ ਕੀਤੀ ਹੈ, ਗੁਰੂ ਦੇ ਰਾਹੀਂ ਮਿਲੇ ਹਾਂ। ਜਿਸ ਤਰ੍ਹਾਂ ਅੱਜ ਦਾ ਦਿਨ ਜਿਹੜਾ ਹੈ ਭਾਈ ਲਹਿਣਾ ਜੀ ਦਾ, ਜਦੋਂ ਗੁਰੂ ਅੰਗਦ ਦੇਵ ਜੀ ਦੀ ਅਵਸਥਾ ਵਿੱਚ ਆਏ ਤੇ ਗੁਰਤਾ ਗੱਦੀ ਬਖਸ਼ਿਸ਼ ਹੋਈ ਹੈ। ਕਿਉਂ ਉਸ ਅਵਸਥਾ ਵਿੱਚ ਪਹੁੰਚੇ? ਕਿਉਂਕਿ ਉਹਨਾਂ ਨੇ ਥੋੜੀ ਜਿਹੀ ਗੁੰਜਾਇਸ਼ ਰੱਖੀ ਹੋਈ ਸੀ। ਅੱਜ ਅਸੀਂ ਇਸ ਅਵਸਥਾ ਵਿੱਚ ਚਲੇ ਜਾਂਦੇ ਹਾਂ, ਕਿਸੇ ਜੀਵ ਦੇ ਨਾਲ ਜੁੜ ਗਏ, ਕਿਸੇ ਥਾਂ ਨਾਲ ਅਸਥਾਨ ਨਾਲ ਜੁੜ ਗਏ ਤੇ ਅਸੀਂ ਗੁੰਜਾਇਸ਼ ਨਹੀਂ ਰੱਖਦੇ, ਅਸੀਂ ਦੂਸਰੇ ਦੀ ਗੱਲ ਸੁਣਨੀ ਨਹੀਂ ਚਾਹੁੰਦੇ। ਤੇ ਜਿੰਨੀ ਦੇਰ ਤੱਕ ਅਸੀਂ ਗੁੰਜਾਇਸ਼ ਨਹੀਂ ਰੱਖਾਂਗੇ, ਅਗਮ ਵਿੱਚ ਨਹੀਂ ਜਾ ਸਕਦੇ। ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣਨ ਤੋਂ ਪਹਿਲਾਂ, ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਜਾਣ ਤੋਂ ਪਹਿਲਾਂ ਇੱਕ ਦੇਵੀ ਦੀ ਪੂਜਾ ਕਰਦੇ ਹੁੰਦੇ ਸੀ। ਦੇਵੀ ਦੇ ਪੁਜਾਰੀ ਸੀ, ਉਹਨਾਂ ਦਾ ਗਲਾ ਬੜਾ ਅੱਛਾ ਸੀ, ਗਾਉਂਦੇ ਬੜਾ ਅੱਛਾ ਸੀ। ਕੋਈ ਗੁਰਮੁਖ ਮਿਲੇ, ਵਿਚਾਰ ਹੋਈ, ਜਿਸ ਤਰ੍ਹਾਂ ਹੁਣ ਆਪਾਂ ਨੂੰ ਵੀ ਮਹਾਰਾਜ ਨੇ ਸਮਝਾਇਆ ਹੈ ਗੁਰਬਾਣੀ ਵਿੱਚ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰੈ ਨਾਮ ਜਪਾਵੇ। ਜਨ ਨਾਨਕ ਕੇ ਗੁਰਸਿੱਖ ਪੁੱਤ ਹੋ, ਹਰ ਜਪਿਓ ਹਰ ਨਿਸਤਾਰਿਆ। ਗੁਰੂ ਨਾਨਕ ਦਾ ਹੁਕਮ ਹੈ, ਜਿੱਥੇ ਵੀ ਜਾਣਾ ਤੇ ਤੁਸੀਂ ਪਰਮਾਤਮਾ ਦੀ ਗੱਲ ਕਰਦੇ ਰਹਿਣਾ ਹੈ। ਗੁਰੂ ਨਾਨਕ ਦਾ ਸਿੱਖ ਪਰਿਵਾਰ ਵਿੱਚ ਵਿਚਰਦਿਆਂ ਖਡੂਰ ਸਾਹਿਬ ਇਲਾਕੇ ਵਿੱਚ ਵਿਚਰਦਾ, ਤੇ ਭਾਈ ਲਹਿਣਾ ਜੀ ਉੱਥੇ ਆਪਣੇ ਰਿਸ਼ਤੇਦਾਰੀ ਵਿੱਚ ਰਹਿੰਦੇ ਸੀ, ਕਿਉਂਕਿ ਘਰ ਵਿੱਚ ਗਰੀਬੀ ਸੀ, ਪਿੰਡ ਤਾਂ ਦੂਰ ਸੀ ਉਹਨਾਂ ਦਾ, ਮੁਕਤਸਰ ਇਲਾਕੇ ਦੇ ਵਿੱਚ। ਤੇ ਅੱਗੇ ਜਿਹੜੇ ਲੋਕ ਸੀ ਹੁੰਦੇ ਸੀ, ਉਹ ਇਸ ਤਰ੍ਹਾਂ ਕੋਈ ਮਾਤੜ ਰਿਸ਼ਤੇਦਾਰ ਹੋਵੇ ਤਾਂ ਆਪਣੇ ਕੋਲ ਸੱਦ ਲੈਂਦੇ ਦਰਿਆਵੀ ਤੌਰ ਤੇ। ਤੇ ਇੱਥੇ ਰਿਸ਼ਤੇਦਾਰੀ ਦੇ ਵਿੱਚ ਰਹਿੰਦੇ ਹੁੰਦੇ ਸੀ ਭਾਈ ਲਹਿਣਾ ਜੀ, ਤੇ ਦੁਕਾਨ ਕਰਦੇ ਸੀ। ਉੱਥੇ ਗੁਰਮੁਖ ਮਿਲੇ, ਵਿਚਾਰ ਹੋਈ, ਗੱਲਬਾਤ ਹੋਈ, ਅੰਦਰ ਗੁੰਜਾਇਸ਼ ਸੀ, ਮਿਲਣਾ ਚਾਹੁੰਦੇ ਸੀ। ਤੇ ਉੱਥੇ ਵਿਚਾਰ ਹੋਈ ਵੀ ਤੁਸੀਂ ਇਹ ਬਚਨ ਕਿੱਥੋਂ ਸਿੱਖੇ? ਉਹਨਾਂ ਨੇ ਦੱਸਿਆ ਵੀ ਅਸੀਂ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਧਾਰਨ ਕੀਤਾ ਹੈ। ਕਹਿੰਦੇ ਅਸੀਂ ਵੀ ਦਰਸ਼ਨ ਕਰਨ ਦੀ ਇੱਛਾ ਰੱਖਦੇ ਹਾਂ। ਪੁੱਛਿਆ, ਅੱਜ ਕੱਲ੍ਹ ਕਰਤਾਰਪੁਰ ਰਹਿੰਦੇ ਨੇ, ਹੁਣ ਸਮਾਂ ਬਣਿਆ ਆਪਣੇ ਚਾਲੇ ਦੇ ਨਾਲ, ਚਾਲਾ ਕਹਿੰਦੇ ਨੇ ਜਿਹੜਾ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਨੇ ਲੋਕ ਇਕੱਠੇ ਹੋ ਕੇ, ਤੇ ਚਾਲੇ ਦੇ ਨਾਲ ਚੱਲੇ ਨੇ। ਤੇ ਆਪਣੇ ਸਾਥੀਆਂ ਨੂੰ ਕਿਹਾ ਵੀ ਆਪਾਂ ਕਰਤਾਰਪੁਰ ਰੁਕਣਾ ਇਸ ਵਾਰ। ਪਤਾ ਲੱਗਾ ਹੈ ਕਿ ਗੁਰੂ ਨਾਨਕ ਦੇਵ ਜੀ ਉੱਥੇ ਠਹਿਰੇ ਹੋਏ ਨੇ, ਉੱਥੇ ਜੀਵਾਂ ਨੂੰ ਭੇਜਦੇ ਰਹੇ ਨੇ। ਸਾਡੀ ਇੱਛਾ ਹੈ, ਗੁੰਜਾਇਸ਼ ਸੀ ਅੰਦਰ, ਕਿਉਂਕਿ ਬਹੁਤ ਸਾਰੇ ਜੀਵ ਗੁੰਜਾਇਸ਼ ਨਹੀਂ ਰੱਖਦੇ। ਇੱਕ ਤਾਂ ਜੁੜ ਗਏ, ਦੂਸਰੇ ਦੀ ਗੱਲ ਨਹੀਂ ਸੁਣਦੇ। ਤੇ ਗੁਰਬਾਣੀ ਵਿੱਚੋਂ ਕਈ ਦਫਾ ਸ਼ਬਦ ਵਰਤਦੇ ਨੇ, ਏਕ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ। ਵੀ ਕਿਸੇ ਇੱਕ ਥਾਂ ਨਾਲ ਜਾ ਕੇ ਸੰਤ ਨਾਲ ਜੁੜ ਗਏ, ਕਹਿੰਦੇ ਜੇ ਕਿਸੇ ਦੂਜੇ ਦੀ ਗੱਲ ਸੁਣ ਲਈ ਤੇ ਡੁੱਬ ਜਾਣਗੇ। ਏਕ ਪਰਮਾਤਮਾ ਹੈ, ਦੂਜਾ ਮਾਇਆ ਹੈ, ਭੇਦ ਨਹੀਂ ਹੈ, ਸਰੀਰ ਨਾਲ ਜੁੜ ਜਾਂਦੇ ਨੇ। ਹੁਣ ਇੱਛਾ ਸੀ, ਗੁਰੂ ਨਾਨਕ ਦੇਵ ਜੀ ਦੇ ਦਰ ਤੇ ਪਹੁੰਚੇ ਨੇ, ਉੱਥੇ ਮਹਾਰਾਜ ਨੇ ਸਤਿਕਾਰ ਦਿੱਤਾ, ਬੈਠੇ ਤੇ ਵਿਚਾਰ ਹੋਈ। ਗੁਰੂ ਨਾਨਕ ਦੇਵ ਜੀ ਪੁੱਛਦੇ ਨੇ, ਲਹਿਣਾ ਜੀ ਕਿੱਥੇ ਜਾ ਰਹੇ ਹੋ? ਤੇ ਉਹ ਕਹਿਣ ਲੱਗੇ, ਅਸੀਂ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੇ ਹਾਂ। ਤੇ ਮਹਾਰਾਜ ਕਹਿਣ ਲੱਗੇ, ਲਹਿਣਾ ਜੀ ਦੇਵੀ ਤੁਹਾਨੂੰ ਕੀ ਉਪਦੇਸ਼ ਦਿੰਦੀ ਹੈ? ਕਹਿੰਦੇ ਪੱਥਰ ਦੀ ਮੂਰਤੀ ਹੈ, ਉਹ ਤਾਂ ਬੋਲਦੀ ਨਹੀਂ ਕੁਛ, ਅਸੀਂ ਸਗੋਂ ਗਾਉਂਦੇ ਜਾਂਦੇ ਤੇ ਗਾਉਂਦੇ ਆਉਂਦੇ ਹਾਂ। ਤੇ ਗੁਰੂ ਮਹਾਰਾਜ ਕਹਿਣ ਲੱਗੇ ਵੀ ਜੇ ਤੁਹਾਨੂੰ ਅਸਲ ਦੇਵੀ ਦੇਵਤਿਆਂ ਦੇ ਦਰਸ਼ਨ ਕਰਾਈਏ ਤਾਂ। ਕਹਿੰਦੇ ਹੋਰ ਕੀ ਚਾਹੀਦਾ ਸਾਨੂੰ? ਤੇ ਜਦੋਂ ਸਮਝਾਇਆ, ਸਵੇਰੇ ਉੱਠੇ ਨੇ ਤੇ ਜਿੱਥੇ ਮਹਾਰਾਜ ਨੇ ਵਿਚਾਰ ਕਰਨੀ ਤੇ ਗੁਰਮੁਖ ਉੱਥੇ ਸੇਵਾ ਕਰ ਰਹੇ ਨੇ, ਜਿਸ ਆਪਾਂ ਗੁਰੂ ਘਰ ਆ ਕੇ ਸੇਵਾ ਕਰਦੇ ਹਾਂ। ਬੀਬੀਆਂ ਝਾੜੂ ਮਾਰਦੀਆਂ, ਗੁਰਮੁਖ ਜਲ ਤਰੌਂਕ ਰਹੇ ਨੇ। ਤੇ ਮਹਾਰਾਜ ਕਹਿਣ ਲੱਗੇ, ਲਹਿਣਾ ਜੀ ਦੇਖੋ, ਦੇਵੀਆਂ ਤੇ ਦੇਵਤੇ ਨੇ, ਆਉਂਦੇ ਤਾਂ ਸਾਡੇ ਵਰਗੇ ਨੇ, ਜਿਹੋ ਜਿਹੇ ਸਾਡੇ ਘਰ ਪਰਿਵਾਰ ਨੇ ਉਹੋ ਜਿਹੇ ਇਹ ਨੇ। ਤਾਂ ਮਹਾਰਾਜ ਕਹਿਣ ਲੱਗੇ, ਜੇ ਕੋਈ ਸਤੋ ਗੁਣੀ ਹੈ
ਉਹ ਦੇਵਤਾ ਹੈ, ਜੇ ਔਰਤ ਸਤੋਗੁਣੀ ਹੈ ਉਹ ਦੇਵੀ ਹੈ। ਆਂਦੇ ਤਾਂ ਗੁਣ ਸਾਡੇ ਵਿੱਚ ਵੀ ਨੇ, ਕਹਿੰਦੇ ਤੁਸੀਂ ਵੀ ਦੇਵਤੇ ਹੋ। ਮਾਨੁਖ ਤੇ ਦੇਵਤੇ ਕੀਏ, ਕਰਤ ਨਾ ਲਾਗੀ ਬਾਤ। ਆਂਦਾ ਅਸੀਂ ਤੇ ਦੇਵਤੇ ਹੋ ਗਏ, ਪਰ ਕਹਿੰਦੇ ਦੇਵ ਲੋਕ ਦੇ ਵਿੱਚ ਵੀ ਮੁਕਤੀ ਨਹੀਂ ਹੈ। ਜੇ ਤੁਸੀਂ ਅਮਰ ਪਦਵੀ ਤੇ ਪ੍ਰਾਪਤ ਜਾਣਾ ਚਾਹੁੰਦੇ ਹੋ, ਕਰਨਾ ਚਾਹੁੰਦੇ ਹੋ, ਉਹ ਦੈਵੀ ਸ਼ਕਤੀ ਤੁਹਾਡੇ ਅੰਦਰ ਹੈ ਤੇ ਤੁਹਾਨੂੰ ਅੰਦਰ ਪੂਜਾ ਕਰਨੀ ਪਏਗੀ। ਤੁਹਾਡੇ ਅੰਦਰ ਉਹ ਸਥਾਨ ਬਣਿਆ ਹੋਇਆ ਹੈ। ਜੇ ਤੁਸੀਂ ਜੋਤ ਵਿੱਚ ਜੋਤ ਮਿਲਾਉਣਾ ਚਾਹੁੰਦੇ ਹੋ ਤਾਂ ਆਉਂਦੇ, ਫਿਰ ਦੱਸੋ। ਫਿਰ ਗੁਰੂ ਨਾਨਕ ਦੇਵ ਜੀ ਨੇ ਉੱਥੇ ਭਾਈ ਲਹਿਣਾ ਜੀ ਨੂੰ ਜੋ ਬਚਨ ਕੀਤੇ ਉਹ ਬਾਣੀ ਵਿੱਚ ਦਰਜ ਨੇ ਸਾਡੇ ਵਾਸਤੇ। ਕਿਤੇ ਅਸੀਂ ਉਹਨਾਂ ਬਾਹਰ ਭਟਕਦੇ ਰਹੀਏ ਕਿਤੇ, ਤੇ ਕਿੱਥੇ ਪੂਜਾ ਕਰਨੀ ਹੈ? ਮਾਰੇ ਕਹਿਣ ਲੱਗੇ ਅੰਤਰ ਪੂਜਾ ਥਾਨ ਮਰਾਰਾ, ਜੋਤੀ ਜੋਤ ਮਿਲਾਵਣ ਹਾਰਾ। ਜੇ ਤੁਸੀਂ ਮਨ ਦੀ ਜੋਤ ਨੂੰ ਸੱਚ ਵਿੱਚ ਰਲਾਉਣਾ ਚਾਹੁੰਦੇ ਹੋ ਤੇ ਤੁਹਾਡੇ ਅੰਦਰ ਉਹ ਸਥਾਨ ਬਣਿਆ ਹੋਇਆ ਹੈ। ਗੁਰੂ ਤੋਂ ਗਿਆਨ ਲੈ ਕੇ ਤੁਸੀਂ ਉਸ ਸਥਾਨ ਤੇ ਜਾਓ, ਉੱਥੇ ਪੂਜਾ ਕਰੋ। ਕਹਿੰਦੇ ਉੱਥੇ ਪੂਜਾ ਕਿਵੇਂ ਕਰ ਸਕਦੇ ਹਾਂ? ਪੂਜਾ ਕੀਚੇ ਨਾਮ ਤੇ ਆਈਏ, ਬਿਨ ਨਾਮੈ ਪੂਜ ਨਾ ਹੋਵੇ। ਹੁਣ ਐਸੀ ਅਵਸਥਾ ਵਿੱਚ ਜਦੋਂ ਸਵੇਰੇ ਜਾਣ ਲੱਗੇ ਉਹਨਾਂ ਨੇ ਮਨਾ ਕਰ ਦਿੱਤਾ ਸਾਥੀਆਂ ਨੇ। ਅੰਦਰ ਤੜਫ ਸੀ ਮਿਲਣ ਦੀ ਤੇ ਉੱਥੇ ਬੈਠੇ ਭਗਤੀ ਕੀਤੀ, ਅਗੰਮ ਵਿੱਚ ਪ੍ਰਵੇਸ਼ ਹੋਏ ਤੇ ਇਸੇ ਤਰ੍ਹਾਂ ਮਨ ਨੂੰ ਪਾਉਣ ਨਾਲ ਵਖ ਕਰਕੇ ਜਦੋਂ ਸ਼ਬਦ ਵਿੱਚ ਸਮਾਏ ਨੇ ਤੇ ਅਗੰਮ ਦੇ ਵਿੱਚ ਪ੍ਰਵੇਸ਼ ਹੋਏ, ਆਉਣਾ ਜਾਣਾ ਬਣਿਆ। ਤੇ ਗੁਰੂ ਨਾਨਕ ਦੇਵ ਜੀ ਜਦੋਂ ਸੱਚ ਵਿੱਚ ਸਮਾਉਣ ਲੱਗੇ ਤਾਂ ਉਹਨਾਂ ਨੇ ਉਹ ਖਜ਼ਾਨਾ ਬਖਸ਼ਿਸ਼ ਕਰਨਾ ਜੋ ਲੈ ਕੇ ਆਏ ਸੀ ਦਰਗਾਹ ਵਿੱਚੋਂ, ਜਿਹਨੂੰ ਅਕਥ ਦਾ ਖਜ਼ਾਨਾ ਕਹਿੰਦੇ ਨੇ। ਜੋ ਸਿੱਧਾਂ ਨੇ ਪੁੱਛਿਆ ਸੀ ਮਾਰੇ ਨੂੰ, ਕਵਨ ਕਥਾ ਲੈ ਰਹੋ ਨਿਰਾਲਾ, ਤਾਂ ਮਾਰੇ ਕਹਿਣ ਲੱਗੇ ਸੀ ਅਕਥ ਕਥਾ ਲੈ ਰਹੋ ਨਿਰਾਲਾ। ਅਸੀਂ ਇਹ ਅਕਥ ਦਾ ਖਜ਼ਾਨਾ ਲੈ ਕੇ ਆਏ ਹਾਂ। ਉਹ ਅਕਥ ਦਾ ਖਜ਼ਾਨਾ ਉਹਨੂੰ ਬਖਸ਼ਿਸ਼ ਹੋਣਾ ਸੀ ਜਿਹੜਾ ਅਗੰਮ ਦੇ ਵਿੱਚ ਆਉਂਦਾ ਦੇਹ ਨੂੰ ਛੱਡ ਕੇ। ਤੇ ਸਾਰਿਆਂ ਨੂੰ ਬਿਠਾਇਆ ਤਾਂ ਮਾਰੇ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ, ਜਿਹੜਾ ਸਭ ਤੋਂ ਪਹਿਲਾਂ ਸਾਨੂੰ ਅਗੰਮ ਦੇ ਵਿੱਚ ਆ ਕੇ ਮਿਲੇਗਾ, ਇਹਨਾਂ ਤੱਤਾਂ ਨੂੰ ਛੱਡ ਕੇ ਉਹਨੂੰ ਇਹ ਖਜ਼ਾਨਾ ਬਖਸ਼ਿਸ਼ ਹੋਏਗਾ। ਤੇ ਭਾਈ ਲਹਿਣਾ ਜੀ ਸਭ ਤੋਂ ਪਹਿਲਾਂ ਇਹ ਦੇਹ ਤੋਂ ਬਦੇ ਹੋ ਕੇ ਅਗੰਮ ਦੇ ਵਿੱਚ ਆਏ। ਤੇ ਅਗੰਮ ਵਿੱਚ ਆਏ, ਜਦੋਂ ਇੱਥੇ ਜੋਤ ਵਿੱਚ ਜੋਤ ਮਿਲੀ, ਪ੍ਰਕਾਸ਼ ਵਿੱਚ ਜੋਤ ਮਿਲੀ, ਅੰਗ ਦੇ ਵਿੱਚ ਅੰਗ ਮਿਲਿਆ, ਉੱਥੇ ਉਹਨਾਂ ਦਾ ਨਾਂ ਅੰਗਦ ਰੱਖਿਆ ਗਿਆ। ਉੱਥੇ ਫਿਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਖਜ਼ਾਨਾ ਉਹਨਾਂ ਨੂੰ ਬਖਸ਼ਿਸ਼ ਕੀਤਾ। ਗੁਰ ਅੰਗਦ ਦਿਓ ਨਿਧਾਨ, ਅਕਥ ਕਥਾ ਗਿਆਨ, ਪੰਜ ਭੂਤ ਵਸ ਕੀਤੇ, ਜਮਤ ਨਾ ਤਰਾਸ। ਜਿਹੜਾ ਇਹ ਪੰਜਾਂ ਭੂਤਾਂ ਦਾ ਸਰੀਰ ਹੈ, ਭੂਤਕ ਸਰੀਰ ਹੈ ਜਿਸ ਨੂੰ ਆਪਾਂ ਕਹਿੰਦੇ ਹਾਂ, ਇਹਨਾਂ ਤੱਤਾਂ ਨੂੰ ਪਾਰ ਕਰਦੇ ਹੋਏ, ਪੰਜਾਂ ਤੱਤਾਂ ਨੂੰ ਅਗੰਮ ਦੇ ਵਿੱਚ ਜਦੋਂ ਪ੍ਰਵੇਸ਼ ਹੋਏ ਤੇ ਉੱਥੇ ਉਹਨਾਂ ਨੂੰ ਉਹ ਸਾਰਾ ਖਜ਼ਾਨਾ ਬਖਸ਼ਿਸ਼ ਹੋਇਆ। ਤੇ ਭਾਈ ਲਹਿਣਾ ਜੀ ਕਿਵੇਂ ਮਿਲੇ? ਉਹਨਾਂ ਨੇ ਫਿਰ ਆਪਣਾ ਸ਼ਬਦ ਉਚਾਰਨ ਕੀਤਾ, ਉਹ ਬਾਣੀ ਵਿੱਚ ਦਰਜ ਹੈ। ਕਹਿੰਦੇ ਕਿਸ ਤਰ੍ਹਾਂ ਸਾਨੂੰ ਪ੍ਰਾਪਤੀ ਹੋਈ? ਅੱਖੀਂ ਬਾਝੋਂ ਵੇਖਣਾ ਬਿਨ ਕੰਨਾਂ ਸੁਣਨਾ, ਪੈਰਾਂ ਬਾਝੋਂ ਚੱਲਣਾ ਬਿਨ ਹੱਥਾਂ ਕਰਨਾ, ਜਿਹਵਾ ਬਾਝੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮਿਲਣਾ। ਐਸਾ ਕਹਿੰਦੇ ਅਸੀਂ ਸ਼ਬਦ ਵਿੱਚ ਸਮਾ ਕੇ ਹੁਕਮ ਦੀ ਪਛਾਣ ਕਰਕੇ ਗਮ ਵਿੱਚ ਗਏ, ਮਿਲਾਪ ਹੋਇਆ ਤੇ ਉੱਥੇ ਇੱਕ ਖਜ਼ਾਨਾ ਬਖਸ਼ਿਸ਼ ਹੋਇਆ। ਹੁਣ ਐਸੀ ਅਵਸਥਾ ਦੇ ਵਿੱਚ ਫਿਰ ਸਾਨੂੰ ਦੱਸਿਆ ਕਿ ਉਹ ਪਾਰ ਬ੍ਰਹਮ ਪਰਮਾਤਮਾ ਪ੍ਰਕਾਸ਼ ਰੂਪ ਹੈ, ਅਗੰਮ ਦੇ ਵਿੱਚ ਹੈ। ਤੇ ਜਿੰਨੀ ਦੇਰ ਤੱਕ ਅਸੀਂ ਇਹਨਾਂ ਤੱਤਾਂ ਨੂੰ ਪਾਰ ਨਹੀਂ ਕਰਾਂਗੇ, ਅਗੰਮ ਦੇ ਵਿੱਚ ਨਹੀਂ ਪ੍ਰਵੇਸ਼ ਹੋ ਸਕਦੇ। ਇਸ ਵਾਸਤੇ ਫਿਰ ਸਾਨੂੰ ਇਹ ਸਾਰਾ ਉਪਦੇਸ਼ ਦਿੱਤਾ ਗਿਆ। ਤੇ ਆਪਾਂ ਹੁਣ ਕੋਸ਼ਿਸ਼ ਇਹ ਕਰਨੀ ਹੁੰਦੀ ਹੈ ਕਿ ਅਸੀਂ ਵੀ ਉਸ ਅਵਸਥਾ ਵਿੱਚ ਚਲੇ ਜਾਈਏ, ਪਾਉਣ ਨਾਲੋਂ ਵੱਖ ਹੋਣਾ ਸਿੱਖ ਲਈਏ। ਕਾਮ ਕ੍ਰੋਧ ਵਸ ਕਰੇ, ਪਵਨ ਉਡੰਤ ਨ ਧਾਵੇ, ਨਿਰੰਕਾਰ ਕੇ ਵਸੇ ਦੇਸ਼, ਹੁਕਮ ਬੂਝ ਵਿਚਾਰ ਪਾਵੇ। ਹੁਣ ਨਿਰੰਕਾਰ ਦਾ ਦੇਸ਼ ਹੈ ਪਾਉਣ ਤੋਂ ਅਗਲੇ ਪਾਸੇ, ਤੇ ਕਿਵੇਂ ਉੱਥੇ ਪ੍ਰਵੇਸ਼ ਹੋਣਾ ਹੈ ਹੁਣ ਮਹਾਰਾਜ ਸੱਚੇ ਪਾਤਸ਼ਾਹ ਸਮਝਾਉਂਦੇ ਨੇ।
सच्चे महल निवास निरंतर, आवागमन चुकाया, नाम मन चले ना पौन उड़ाए। ਹੁਣ ਪਾਉਣ ਨੂੰ ਛੱਡਣਾ ਪਏਗਾ, ਅਦਰਵਾਈਜ਼ ਆਪਾਂ ਉੱਥੇ ਨਹੀਂ ਪ੍ਰਾਪਤ ਕਰ ਸਕਦੇ ਕੁਛ। ਇਹ ਸ਼ਲੋਕ ਵਿੱਚ ਰਹਿ ਜਾਵਾਂਗੇ ਤੇ ਇਹ ਸ਼ਲੋਕ ਦੇ ਵਿੱਚ ਜੇ ਰਹਿ ਗਏ ਤੇ ਗੁਰੂ ਪਾਤਸ਼ਾਹ ਕਹਿੰਦੇ ਨੇ ਤਿਹੋ ਗੁਣ ਮੈਂ ਜਾਕੋ ਪਰਮਾਏ, ਜਨਮ ਮਰੇ ਫਿਰ ਆਵੇ ਜਾਏ। ਤੇ ਫਿਰ ਕੀ ਫਾਇਦਾ ਹੈ 70 ਸਾਲ 50 ਸਾਲ 100 ਸਾਲ ਜੀਵਨ ਜੀਣ ਦਾ? ਕੀ ਫਾਇਦਾ ਹੈ ਉਹਦਾ? ਇੰਨਾ ਲੰਮਾ ਸਮਾਂ ਜੀਵਨ ਜੀਵਿਆ, ਆਪਣੇ ਘਰ ਨੂੰ ਨਹੀਂ ਲੱਭ ਸਕੇ। ਕੀ ਸਿੱਖਦੇ ਰਹੇ ਇੱਥੇ, ਕੀ ਪੜ੍ਹਾਈ ਕਰਦੇ ਰਹੇ ਇੱਥੇ, ਕੀ ਪ੍ਰਾਪਤ ਕੀਤਾ ਇੱਥੇ? ਫਿਰ ਤਾਂ ਕੋਈ ਫਾਇਦਾ ਹੀ ਨਹੀਂ ਹੋਇਆ ਉਸ ਚੀਜ਼ ਦਾ। ਜੇ ਆਪਣੇ ਘਰ ਨੂੰ ਨਹੀਂ ਲੱਭ ਸਕੇ ਫਿਰ ਤਾਂ ਵਿਅਰਥ ਹੀ ਚਲਾ ਗਿਆ। ਜੇ 100 ਵਰਿਆਂ ਜੀਵਨ ਖਾਨ, ਖਸਮ ਪਛਾਣੇ ਸੋ ਦਿਨ ਪ੍ਰਵਾਨ। ਆਓ ਇਸ ਤੇ ਆਪਾਂ ਸਾਰਿਆਂ ਨੇ ਕੋਸ਼ਿਸ਼ ਕਰਨੀ ਹੈ। ਫਿਰ ਆਪਾਂ ਥੋੜਾ ਅਭਿਆਸ ਕਰਦੇ ਹਾਂ ਮਨ ਨੂੰ ਪਾਉਣ ਨਾਲੋਂ ਵੱਖ ਕਰਨ ਵਾਸਤੇ। ਇਹ ਸਾਰਾ ਹੈ ਪ੍ਰੈਕਟੀਕਲ ਦਾ ਵਿਸ਼ਾ ਹੈ। ਜੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਹੈ, ਇਹ ਸਾਰੀ ਹੀ ਅਗੰਮ ਦੀ ਬਾਣੀ ਹੈ, ਬ੍ਰਹਮ ਦੀ ਬਾਣੀ ਹੈ, ਨਿਰੰਕਾਰ ਦੀ ਬਾਣੀ ਹੈ ਸਾਰੀ। ਇਸ ਕਰਕੇ ਬਾਣੀ ਨੂੰ ਸਾਰਾ ਬ੍ਰਹਮ ਦਾ ਗਿਆਨ ਦਿੱਤਾ ਹੋਇਆ ਹੈ। ਪੋਥੀ ਪਰਮੇਸ਼ਰ ਕਾ ਥਾਨ, ਸਾਧ ਸੰਗ ਗਾਵੇ ਗੁਣ ਗੋਬਿੰਦ, ਪੂਰਨ ਬ੍ਰਹਮ ਗਿਆਨ। ਆਓ ਥੋੜਾ ਜਿਹਾ ਸਿਮਰਨ ਕਰਕੇ ਮਨ ਨੂੰ ਫਿਰ ਉਹ ਅਵਸਥਾ ਵਿੱਚ ਲੈ ਕੇ ਚੱਲੀਏ। ਫਿਰ ਆਪਾਂ ਸਮਾਪਤੀ ਕਰਦੇ ਹਾਂ। ਆਓ ਸਾਰਿਆਂ ਨੂੰ ਬੇਨਤੀ ਹੈ, ਫਿਰ ਉਸੇ ਤਰ੍ਹਾਂ ਪਹਿਲਾਂ ਵੈਖਰੀ ਬਾਣੀ ਵਿੱਚ ਰਸਨਾ ਦੁਆਰਾ, ਫਿਰ ਅੰਤਰਗਤ, ਫਿਰ ਸ਼ਬਦ ਵਿੱਚ, ਤੇ ਫਿਰ ਆਪਾਂ ਇੱਕ ਚਿੱਤ ਹੋਣਾ ਹੈ। ਇੱਕ ਚਿੱਤ ਹੋ ਕੇ ਫਿਰ ਆਪਾਂ ਆਗਾਂ ਵਿੱਚ ਪ੍ਰਵੇਸ਼ ਹੋਣਾ ਹੈ। ਆਓ ਸਾਰੇ ਕਰੋ ਕਿਰਪਾ। ਵਾਹਿਗੁਰੂ 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 ਗੁਰੂ ਵਾਹਿਗੁਰੂ 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 ਗੁਰੂ ਗੁਰੂ Guru
अंतर्गत। ਇਸ ਫਿਰ ਹੌਲੀ ਹੌਲੀ ਇਹ ਅਭਿਆਸ ਨੂੰ, ਗਿਆਨ ਨੂੰ ਧਿਆਨ ਦੀ ਅਵਸਥਾ ਵਿੱਚ ਤਬਦੀਲ ਕਰ, ਧਿਆਨ ਵਿੱਚ ਤੁਰਿਆ ਜਾਣਾ ਹੈ ਆਪਾਂ ਅੰਦਰਲੇ ਸਫ਼ਰ ਤੇ। ਇਸੇ ਤਰ੍ਹਾਂ ਹੀ ਭਗਤ ਧੰਨਾ ਜੀ ਪ੍ਰਵੇਸ਼ ਹੋਏ ਨੇ ਅਗੰਮ ਵਿੱਚ। ਗਿਆਨ ਪ੍ਰਵੇਸ਼ ਗੁਰੇ ਧਨ ਦੀਆ। ਗੁਰੂ ਦੇ ਕੋਲ ਆ ਕੇ ਜਦੋਂ ਇਹ ਸਿੱਖਿਆ, ਅਭਿਆਸ ਕਰਦੇ ਕਰਦੇ ਕਿੱਥੇ ਚਲੇ ਗਏ? ਮਨ ਧਿਆਨ ਦੀ ਅਵਸਥਾ ਵਿੱਚ ਚਲਾ ਗਿਆ। ਗਿਆਨ ਪ੍ਰਵੇਸ਼ ਗੁਰੇ ਧਨ ਦੀਆ। ਧਿਆਨ ਮਾਨ ਮਨ ਏਕ ਪੈ। ਤੇ ਜਦੋਂ ਧਿਆਨ ਵਿੱਚ ਗਿਆ ਕੀ ਹੋਇਆ? ਪ੍ਰੇਮ ਭਗਤ ਜਾਣੀ ਸੁਖ ਮੰਨਿਆ। ਉੱਥੇ ਫਿਰ ਪ੍ਰੇਮਾ ਭਗਤੀ ਸ਼ੁਰੂ ਹੋ ਗਈ। ਪ੍ਰੇਮਾ ਭਗਤੀ ਹੈ ਜਦੋਂ ਅੰਦਰੋਂ ਧੁਨ ਚੱਲਣ ਲੱਗ ਜਾਂਦੀ ਹੈ ਤੁਹਾਡੇ। ਪ੍ਰੇਮ ਭਗਤ ਜਾਣੀ ਸੁਖ ਮੰਨਿਆ। ਤ੍ਰਿਪਤ ਅਗਾਏ ਮੁਕਤ ਪੈ। ਤੇ ਉਸ ਧੁਨ ਨੂੰ ਪਕੜ ਕੇ ਕਿੱਥੇ ਗਏ? ਜੋਤ ਸਮਾਈ ਸਮਾਨੀ ਜਾ ਕੇ। ਅਸਲੀ ਪ੍ਰਭ ਪਹਿਚਾਨਿਆ। ਧੰਨੇ ਧਨ ਪਾਇਆ ਧਰਨੀ ਧਰੋ। ਮਿਲ ਜਨ ਸੰਤ ਸਮਾਨਿਆ। ਜਦੋਂ ਸ਼ਬਦ ਵਿੱਚ ਸਮਾ ਗਿਆ ਤੇ ਸ਼ਬਦ ਅਗੰਮ ਵਿੱਚ ਗਿਆ, ਜੋਤ ਪ੍ਰਗਟ ਹੋ ਗਈ। ਨਿਰਾਕਾਰ ਦੀ ਪਹਿਚਾਣ ਕਰ ਲਈ। ਇਸੇ ਅਵਸਥਾ ਦੇ ਵਿੱਚ ਹੀ ਭਗਤ ਨਾਮਦੇਵ ਜੀ ਗਏ ਨੇ। ਕਹਿੰਦੇ ਅਸੀਂ ਦੇਖਿਆ ਹੈ ਤੇ ਕਹਿਣ ਲੱਗੇ, ਜਬ ਦੇਖਾਂ ਤਬ ਗਾਵਾਂ, ਤਉ ਜਨ ਧੀਰਜ ਪਾਵਾਂ, ਨਾਦ ਸਮਾਇਲੋ ਰੇ ਭੇਟੀ ਲੈ ਗੁਰਦੇਵਾ। ਕਹਿੰਦੇ ਜਦੋਂ ਮੈਂ ਨਾਦ ਵਿੱਚ ਸਮਾ ਗਿਆ ਤੇ ਸਾਹਮਣੇ ਮੇਰੇ ਜੋਤ ਪ੍ਰਗਟ ਹੋ ਗਈ। ਜੈ ਝਿਲਮਿਲ ਕਾਰ ਦਸੰਤਾ, ਤੈ ਅਨਹਦ ਸ਼ਬਦ ਬਜੰਤਾ। ਜੋਤੀ ਜੋਤ ਸਮਾਨੀ, ਮੈਂ ਗੁਰ ਪ੍ਰਸਾਦੀ ਜਾਨੀ। ਹੁਣ ਉੱਥੇ ਦੇਖਿਆ ਹੈ, ਦਰਸ਼ਨ ਕੀਤੇ ਨੇ ਉਹਨਾਂ ਨੇ, ਤੇ ਕਿੰਨਾ ਪ੍ਰਕਾਸ਼ ਹੈ। ਉਹ ਫਿਰ ਆਪਣੀ ਬਾਣੀ ਦੇ ਵਿੱਚ ਦੱਸਦੇ ਨੇ ਵੀ ਜਿਸ ਤਰ੍ਹਾਂ ਕਰੋੜਾਂ ਹੀ ਸੂਰਜਾਂ ਨਾਲੋਂ ਜ਼ਿਆਦਾ ਹੈ। ਕੋਟ ਸੂਰ ਉਜਿਆਰਾ, ਤੈ ਦੀਪ ਕੋ ਜਲੇ ਸੰਸਾਰਾ। ਐਸੀ ਅਵਸਥਾ ਵਿੱਚ ਕਿਸ ਤਰ੍ਹਾਂ ਮਿਲੇ ਨੇ? ਗੁਰ ਪ੍ਰਸਾਦੀ ਜਾਣਿਆ, ਜਨ ਨਾਮਾ ਸਹਿਜ ਸਮੰਨਿਆ। ਇਸੇ ਅਵਸਥਾ ਦੇ ਵਿੱਚ ਵੀ ਭਗਤ ਰਾਮਾਨੰਦ ਜੀ ਦੱਸਦੇ ਨੇ, ਅਸੀਂ ਮਿਲੇ ਹਾਂ। ਉਹਨਾਂ ਨੂੰ ਕਿਤੇ ਬਾਹਰੋਂ ਨਹੀਂ ਮਿਲਿਆ ਤੁਰਿਆ ਫਿਰਦਾ, ਕਿੱਥੇ ਮਿਲੇ ਨੇ? ਉਹ ਦੱਸਦੇ ਨੇ ਆਪਣੀ ਬਾਣੀ 'ਚ ਕਿਸ ਅਵਸਥਾ ਦੇ ਵਿੱਚ ਜਾ ਕੇ ਮਿਲਾਪ ਹੋਇਆ ਹੈ। ਕਤ ਜਾਈਏ ਲੈ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਇਓ ਭੰਗ। ਏਕ ਦਿਵਸ ਮਨ ਭਈ ਉਮੰਗ, ਚੰਦਨ ਚੋਆ ਬਹੁਤ ਸੁਗੰਧ। ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਘਰ ਹੀ ਮਾਹੇ। वेद शास्त्र सब देखे जोए, ऊहा तौ जाइए जो ईहा न होए। रामानंद स्वामी रमत ब्रह्म, गुर का शब्द मेरा काटे कोट करम। ਅਤੇ ਗੁਰੂ ਦੇ ਸ਼ਬਦ ਦਾ ਜਦੋਂ ਅਭਿਆਸ ਕੀਤਾ ਤੇ ਜੋਤ ਪ੍ਰਗਟ ਹੋ ਗਈ। ਇਸੇ ਤਰ੍ਹਾਂ ਹੀ ਭਗਤ ਕਬੀਰ ਜੀ ਦੱਸਦੇ ਨੇ ਆਪਣੀ ਬਾਣੀ ਵਿੱਚ, ਸੁਰਤ ਸਿਮਰਤ ਦੋਇ ਕੰਨੀ ਮੁੰਦਾ। ਜਦੋਂ ਅਸੀਂ ਸਿਮਰਨ ਕਰਨਾ ਸ਼ੁਰੂ ਕੀਤਾ, ਆਪਣੀ ਸੁਰਤ ਵਿੱਚ ਧਿਆਨ ਰੱਖ ਕੇ ਤੇ ਕੰਨਾਂ ਵਿੱਚ ਸ਼ਬਦ ਦੀਆਂ ਮੁੰਦਰਾਂ ਪਾ ਲਈਆਂ। ਸੁਰਤ ਸਿਮਰਤ ਦੋਇ ਕੰਨੀ ਮੁੰਦਾ, ਬਾਹਰ ਪਰਮਿਤ ਖਿੰਥਾ। ਸੁਨ ਗੁਫਾ ਮੈਂ ਆਸਣ ਬੈਸਣ, ਕਲਪ ਬਬਰਜਤ ਪੰਥਾ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤ ਨ ਸੋਗ ਬਿਯੋਗੀ। ਖੰਡ ਬ੍ਰਹਮੰਡ ਸਿੰਘੀ ਮੇਰਾ ਵਟੂਆ, ਇਹ ਜਗ ਭਸਮਾ ਧਾਰੀ। ਤਾੜੀ ਲਾਗੀ ਤ੍ਰਿਪਲ ਪਲਟੀਐ, ਛੂਟੇ ਹੋਏ ਪਸਾਰੀ। ਮਨ ਪਵਨ ਦੋਇ ਤੁੰਬਾ ਕਰੀ ਹੋ,
जुग जुग सारद साजी, थिर पई तंती टूटस नाही, अनहद किंगरी बाजी। ਤੇ ਜਦੋਂ ਅਨਹਦ ਸ਼ਬਦ ਸੁਣ ਲੱਗ ਪਏ, ਕਿੱਥੇ ਚਲੇ ਗਏ? ਸੁਣ ਮਨ ਮਗਨ ਪੈ ਹੈ ਪੂਰੇ, ਮਾਇਆ ਡੋਲ ਨ ਲਾਗੀ, ਕਹੋ ਕਬੀਰ ਤਾਕੋ ਪੁਨਰਪ ਜਨਮ ਨਹੀਂ, ਖੇਲ ਗਏ ਉਹ ਬੈਰਾਗੀ। ਇਸੇ ਤਰ੍ਹਾਂ ਦੂਸਰੇ ਭਗਤਾਂ ਨੇ ਦੱਸਿਆ ਹੈ ਕਿਸ ਅਵਸਥਾ ਦੇ ਵਿੱਚ ਜਾ ਕੇ ਫਿਰ ਸਾਡਾ ਮਿਲਾਪ ਹੋਇਆ ਹੈ। ਜਦੋਂ ਅਸੀਂ ਗੁਰਬਾਣੀ ਨੂੰ ਪੜ੍ਹਾਂਗੇ, ਖੋਜਾਂਗੇ, ਤੇ ਸਾਡਾ ਸਾਰਿਆਂ ਦਾ ਇੱਕ ਹੀ ਰਸਤਾ ਹੈ। ਹੁਣ ਟੀਚਰ ਦੇ ਕੋਲ ਬੱਚੇ ਨੂੰ ਤੁਸੀਂ ਭੇਜਦੇ ਹੋ, ਚਾਹੇ ਕੋਈ ਪੰਜਾਬੀ ਵਿੱਚ ਪੜ੍ਹਾਵੇ, ਚਾਹੇ ਅੰਗਰੇਜ਼ੀ ਵਿੱਚ ਪੜ੍ਹਾਵੇ, 2 + 2 4 ਹੀ ਕਹਿੰਦਾ ਹੈ। ਉਹ ਕਹੇਗਾ 2 × 2 4, ਇੱਕ ਹੀ ਦੱਸੇਗਾ। ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਆਉਣਾ, ਤੇ ਜਿਹੜਾ ਪਾਰ ਬ੍ਰਹਮ ਨਾਲ ਮਿਲਿਆ ਹੋਇਆ ਗੁਰੂ ਇੱਕ ਹੀ ਗੱਲ ਕਰੇਗਾ, ਇੱਕਾ ਬਾਣੀ ਇੱਕ ਗੁਰ, ਇੱਕੋ ਸ਼ਬਦ ਵਿਚਾਰ। ਹੁਣ ਸਾਡਾ ਜਦੋਂ ਗੁਰੂ ਇੱਕ ਹੈ, ਬਾਣੀ ਸਾਡਾ ਗੁਰੂ ਹੈ, ਤੇ ਇੱਕ ਰਸਤਾ ਦੱਸ ਰਿਹਾ ਹੈ, ਸਾਡੀ ਵਿਚਾਰ ਵੀ ਇੱਕ ਹੋਣੀ ਚਾਹੀਦੀ ਹੈ। ਸਾਡੇ ਵਿਚਾਰਾਂ ਦਾ ਵਖਰੇਵਾਂ ਉਦੋਂ ਹੁੰਦਾ ਹੈ ਜਦੋਂ ਅਸੀਂ ਗੁਰੂ ਦੀ ਗੱਲ ਨਹੀਂ ਸੁਣਦੇ, ਆਪਣੀ ਮੱਤ ਦੁਆਰਾ ਚੱਲਦੇ ਹਾਂ। ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਹਿ ਤੇਤੀ। ਜਦੋਂ ਅਸੀਂ ਆਪਣੀ ਮੱਤ ਦੁਆਰਾ ਦੱਸਣਾ ਸ਼ੁਰੂ ਕਰ ਦਿੰਦੇ ਹਾਂ ਤੇ ਗੁਰੂ ਨੂੰ ਛੱਡ ਜਾਂਦੇ ਹਾਂ ਪਾਸੇ, ਉਦੋਂ ਸਾਡੇ ਸਵਾਲ ਗਲਤ ਹੁੰਦੇ ਨੇ, ਜਵਾਬ ਗਲਤ ਹੁੰਦੇ ਨੇ, ਸਾਡਾ ਰਸਤਾ ਬਦਲ ਜਾਂਦਾ ਹੈ। ਜਿਸ ਤਰ੍ਹਾਂ ਅੱਜ ਰਸਤਾ ਬਦਲ ਚੁੱਕਾ ਹੈ, ਅਸੀਂ ਨਿਸ਼ਾਨੇ ਤੋਂ ਖੁੰਝ ਚੁੱਕੇ ਹਾਂ। ਸਾਡਾ ਅਸਲ ਮਨੋਰਥ ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਪਾਰ ਬ੍ਰਹਮ ਦੇ ਨਾਲ ਮਿਲਾਪ ਦਾ ਰਸਤਾ ਹੈ। ਚਾਹੇ ਅਸੀਂ ਪਰਿਵਾਰਕ ਤੌਰ ਤੇ ਵਿਚਰਨਾ ਹੈ, ਚਾਹੇ ਅਸੀਂ ਸਮਾਜਿਕ ਤੌਰ ਤੇ ਵਿਚਰਨਾ ਹੈ, ਤੇ ਚਾਹੇ ਅਸੀਂ ਅਧਿਆਤਮਿਕ ਤੌਰ ਤੇ ਵਿਚਰਨਾ ਹੈ, ਇਹ ਤਿੰਨਾਂ ਦੇ ਵਿੱਚ ਅਸੀਂ ਗੁਰਬਾਣੀ ਦੀ ਰੌਸ਼ਨੀ ਪ੍ਰਾਪਤ ਕਰਨੀ ਹੈ। ਜੇ ਤੁਸੀਂ ਪਰਿਵਾਰ ਦੇ ਵਿੱਚ ਗੁਰਬਾਣੀ ਦੀ ਰੌਸ਼ਨੀ ਨਾਲ ਨਹੀਂ ਚੱਲੋਗੇ, ਤੇ ਥੋੜੇ ਚਿਰ ਬਾਅਦ ਪਰਿਵਾਰ ਦੇ ਵਿੱਚ ਡਿਸਟਰਬੈਂਸ ਸ਼ੁਰੂ ਹੋ ਜਾਏਗੀ, ਰਸਤੇ ਬਦਲ ਜਾਣਗੇ, ਫਿਰ ਉਹ ਅਸਲ ਆਨੰਦ ਨਹੀਂ ਰਹੇਗਾ। ਜੇ ਤੁਸੀਂ ਸਮਾਜਿਕ ਵਿਚਰੋਗੇ ਤੇ ਸਮਾਜਿਕ ਤੁਸੀਂ ਵੇਖਦੇ ਹੀ ਹੋ, ਜੇ ਗੁਰਬਾਣੀ ਦੀ ਰੌਸ਼ਨੀ ਵਿੱਚ ਨਾ ਵਿਚਰੋਗੇ ਤਾਂ ਜਾਨਵਰਾਂ ਵਾਂਗੂ ਵਿਚਰੋਗੇ, ਫਿਰ ਭੇਦ ਨਹੀਂ ਲੱਗੇਗਾ, ਤੇ ਅਧਿਆਤਮਿਕ ਰਸਤਾ ਤੇ ਫਿਰ ਚੱਲੇਗਾ ਹੀ ਨਹੀਂ। ਇਸ ਕਰਕੇ ਮਾਰੇ ਕਹਿੰਦੇ ਨੇ, ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਗੁਰਬਾਣੀ ਦੀ ਰੌਸ਼ਨੀ ਦੇ ਵਿੱਚ ਆਪਾਂ ਜੀਵਨ ਜਿਉਣਾ ਹੈ। ਜੋ ਵੀ ਤੁਸੀਂ ਸੰਸਾਰ ਵਿੱਚ ਵਿਚਰਨਾ, ਜੇ ਗੁਰਬਾਣੀ ਦੀ ਰੌਸ਼ਨੀ ਅਨੁਸਾਰ ਚੱਲਾਂਗੇ ਤੇ ਪਰਿਵਾਰ ਵਿੱਚ ਵਿਚਰਦੇ ਸੁਰਤ ਨੇੜੇ ਹੁੰਦੀ ਜਾਏਗੀ। ਸਮਾਜਿਕ ਦੀ, ਸਮਾਜ ਦੀ ਸੇਵਾ ਕਰਦਿਆਂ, ਕਰਮ ਕਰਦਿਆਂ ਨੇੜੇ ਹੋ ਜਾਓਗੇ, ਤੇ ਅਧਿਆਤਮਿਕ ਰਸਤਾ ਫਿਰ ਤੁਹਾਡਾ ਜਿਹੜਾ ਹੈ ਉਹ ਸੁਖਾਲਾ ਹੋ ਜਾਏਗਾ। ਇਸ ਕਰਕੇ ਗੁਰਬਾਣੀ ਨੂੰ ਪੜ੍ਹ ਕੇ ਖੋਜੋ। ਚੀਨੈ ਤਤ ਗਗਨ 10 ਦੁਆਰ, ਹਰਮੁਖ ਪਾਠ ਪੜ੍ਹੈ ਵਿਚਾਰ। ਗੁਰਬਾਣੀ ਨੂੰ ਪੜ੍ਹ ਕੇ ਤੁਸੀਂ ਖੋਜ ਕਰਨੀ ਹੈ, ਹਰ ਤੱਤ ਕੀ ਹੈ, 10ਵਾਂ ਦੁਆਰ ਕਿੱਥੋਂ ਪ੍ਰਗਟ ਹੁੰਦਾ ਹੈ, ਕਿਸ ਤਰ੍ਹਾਂ ਪ੍ਰਵੇਸ਼ ਹੋ ਸਕਦੇ ਹਾਂ। ਇਹ ਹੈ ਸਾਡੀ ਪੜ੍ਹਾਈ, ਇਹ ਵਿਦਿਆ ਹੈ ਸਾਡੀ। ਇਸ ਵਾਸਤੇ ਬਾਣੀ ਪੜ੍ਹੋ, ਬਾਣੀ ਨੂੰ ਖੋਜੋ, ਤੇ ਬਾਣੀ ਦੇ ਰਸਤੇ ਤੇ ਅਮਲ ਕਰਦਿਆਂ ਹੋਏ ਨਾਲ ਸਿਮਰਨ ਕਰੋ, ਤੇ ਐਸੀ ਅਵਸਥਾ ਵਿੱਚ ਚਲੇ ਜਾਓ, ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਗੁਰਬਾਣੀ ਤੋਂ ਬਿਨਾਂ, ਗੁਰੂ ਦੇ ਗਿਆਨ ਤੋਂ ਬਿਨਾਂ ਮਨੁੱਖ ਅਧੂਰਾ ਹੈ, ਭਾਵੇਂ ਉਹ ਕਿੱਥੇ ਵੀ ਚਲਾ ਜਾਏ, ਭਾਵੇਂ ਉਹ ਚੰਦਰਮਾ ਤੇ ਕਿਉਂ ਨਾ ਚਲਾ ਜਾਏ। ਹੁਣ ਸਾਇੰਸ ਗਈ ਹੈ, ਵਿਗਿਆਨ ਗਿਆ ਹੈ, ਪਹਿਲੀ ਦਫਾ ਗਏ, ਉਹਨਾਂ ਐਲਾਨ ਕੀਤਾ ਉੱਥੇ ਪਾਣੀ ਨਹੀਂ ਹੈ। ਆਪਣੀ ਮੱਤ ਦੁਆਰਾ ਸਾਰਿਆਂ ਨੇ ਮੰਨ ਲਿਆ, ਪਰ ਉੱਥੇ ਪਾਣੀ ਹੈ। ਹੁਣ ਥੋੜੇ ਥੋੜੇ ਉਹਨਾਂ ਨੂੰ ਪਾਣੀ ਦੇ ਅੰਸ਼ ਮਿਲਣੇ ਸ਼ੁਰੂ ਹੋ ਗਏ ਨੇ। ਜਾਣੀ ਕਿ ਜੇ ਗੁਰੂ ਦੀ ਮੱਤ ਲੈ ਕੇ ਚੱਲਾਂਗੇ ਤਾਂ ਅਸੀਂ ਧਿਆਨ ਦੁਆਰਾ ਹੀ ਸਾਰਾ ਦੇਖ ਸਕਦੇ ਹਾਂ, ਭੇਦ ਲੈ ਸਕਦੇ ਹਾਂ। ਤੇ ਜੇ ਗੁਰੂ ਨੂੰ ਪਾਸੇ ਕਰਕੇ ਚੱਲਾਂਗੇ, ਆਪਣੀ ਮੱਤ ਦੁਆਰਾ ਚੱਲਾਂਗੇ, ਤੇ ਮਹਾਰਾਜ ਦਾ ਸੱਚੇ ਪਾਤਸ਼ਾਹ ਦੱਸਦੇ ਨੇ, ਫਿਰ ਵੱਡੇ ਵੱਡੇ ਸਿਆਣੇ ਜਿਹੜੇ ਨੇ ਉਹ ਵੀ ਡੁੱਬ ਜਾਂਦੇ ਨੇ। ਆਪਾਂ ਕਰਮ ਵੀ ਕਰਨਾ ਹੈ,
ਔਰ ਨਾਲ ਨਾਲ ਅਧਿਆਤਮਿਕ ਰਸਤੇ ਚੱਲਦੇ ਆਪਣਾ ਜੀਵਨ ਵੀ ਸਫਲ ਬਣਾਉਣਾ ਹੈ। ਗੁਰਬਾਣੀ ਦੀ ਰੌਸ਼ਨੀ ਵਿੱਚ ਜੀਵਨ ਜੀਵੀਏ, ਜੀਵਨ ਆਨੰਦਮਈ ਬਣ ਜਾਏਗਾ। ਗੁਰਬਾਣੀ ਦਾ ਬਚਨ ਸਿੱਖ ਕੇ ਅੱਗੇ ਪ੍ਰਚਾਰ ਕਰੀਏ, ਗੁਰੂ ਦੀ ਖੁਸ਼ੀ ਹੋਵੇਗੀ। ਇਸ ਕਰਕੇ ਇਹ ਕੋਸ਼ਿਸ਼ ਕਰਨੀ ਹੈ ਸਾਰਿਆਂ ਨੂੰ। ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਹੁਕਮ ਹੈ, ਗੁਰੂ ਦੀ ਮੱਤ ਲੈ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ। ਗੁਰ ਕੀ ਮੱਤ ਤੂੰ ਲੈ ਇਹ ਆਨੇ, ਭਗਤ ਬਿਨਾ ਬਹੁ ਡੂਬੇ ਛਾਨੇ। ਸੋ ਆਪ